ਸੰਧੂ ਤੋਂ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਪ੍ਰੇਚਨ ਦੇ ਉੱਤੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਫਲੂਵੀਅਲ ਲੈਂਡਸਕੇਪ ਇਨ ਹਿਲਸ, ਪਲੇਨਸ ਐਂਡ ਕੋਸਟ। ਇਸ ਤੋਂ ਪਹਿਲਾਂ ਦੋ ਪਾਰਟ ਕੰਪਲੀਟ ਕਰ ਲਏ ਹੈਗੇ ਜਿਸ ਦੇ ਵਿੱਚ ਆਪਾਂ ਇਹ ਸਮਝਿਆ ਸੀਗਾ ਕਿ ਜਿਹੜੇ ਲੈਂਡਫਾਰਮ ਨੇ ਇਹਨਾਂ ਨੂੰ ਬਣਨ ਦੇ ਲਈ ਕਿਹੜੇ ਫੀਚਰ ਜਿਹੜੇ ਉਹ ਕੰਮ ਕਰਦੇ ਹੈਗੇ ਨੇਗੇ। ਨੈਕਸਟ ਫਿਰ ਆਪਾਂ ਇਸ ਤੋਂ ਬਾਅਦ ਸੈਕੰਡ ਪਾਰਟ ਜਿਹੜਾ ਬਣਾਇਆ ਸੀ ਜਿਸ ਦੇ ਵਿੱਚ ਆਪਾਂ ਨਦੀ ਦੇ ਦੁਆਰਾ ਜਿਹੜੇ ਲੈਂਡਫਾਰਮ ਬਣਦੇ ਨੇ, ਜਿਸ ਦੀ ਕਿ ਯੰਗ ਸਟੇਜ ਹੈ ਜਿਹੜੀ ਨਦੀ ਦੀ, ਸੋ ਉਸ ਦੇ ਦੌਰਾਨ ਕਿਹੜੇ ਲੈਂਡਫਾਰਮ ਬਣਦੇ ਨੇ ਉਹ ਆਪਾਂ ਡਿਸਕਸ ਕਰ ਲਏ ਸੀਗੇ। ਅੱਜ ਦਾ ਆਪਣਾ ਥਰਡ ਯਾਨੀ ਕਿ ਨਦੀਕ੍ਰਿਤ ਵਾਲੇ ਪਾਰਟ ਦਾ ਸੈਕੰਡ ਪਾਰਟ ਬਣਦਾ ਹੈ, ਸੋ ਜਿਸ ਦੇ ਵਿੱਚ ਆਪਾਂ ਇਸ ਚੈਪਟਰ ਨੂੰ ਅੱਜ ਕਲੋਜ਼ ਕਰ ਦੇਵਾਂਗੇ ਤੇ ਸਾਰੇ ਲੈਂਡਫਾਰਮ ਜਿਹੜੇ ਆਪਣੇ ਕਵਰ ਹੋ ਜਾਣਗੇ। ਓਕੇ, ਸੋ ਤੁਹਾਨੂੰ ਸਾਰੀ ਐਗਜ਼ਾਮ ਦੇ ਲਈ ਹੈਲਪਫੁਲ ਰਹਿਣਗੇ। ਇਸ ਤੋਂ ਇਲਾਵਾ WhatsApp ਗਰੁੱਪ ਤੁਸੀਂ ਜੁਆਇਨ ਕਰ ਸਕਦੇ ਹੈਗੇ ਹੋ ਅਤੇ ਰਮਨ ਇੰਸਟੀਚਿਊਟ ਜਿਹੜੀ ਐਪ ਉਹ ਡਾਊਨਲੋਡ ਕਰ ਸਕਦੇ ਹੈਗੇ ਹੋਗੇ। ਸ਼ੁਰੂ ਕਰਦੇ ਹਾਂ ਜੀ, ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਆਪਾਂ, ਓਕੇ, ਕਿਉਂਕਿ ਆਲਰੇਡੀ ਤੁਸੀਂ ਐਪ ਦੇ ਉੱਪਰ ਹੋ। ਓਕੇ, ਸੋ ਆਪਾਂ ਪੜ੍ਹਿਆ ਸੀਗਾ ਜੀ ਨਦੀ ਦੀਆਂ ਜਿਹੜੀਆਂ 3 ਸਟੇਜਸ ਹੁੰਦੀਆਂ ਨੇਗੀਆਂ। ਇੱਕ ਨੂੰ ਆਪਾਂ ਕਹਿ ਦਿੰਦੇ ਹੈਗੇ ਆਂਗੇ ਯੁਵਾ ਅਵਸਥਾ, ਯਾਨੀ ਕਿ ਯੰਗ ਸਟੇਜ ਕਹਿ ਦਿੰਦੇ ਹੈਗੇ ਆਂਗੇ। ਇਹ ਉਹ ਸਟੇਜ ਹੁੰਦੀ ਹੈਗੀ ਅੱਗੇ ਜਦੋਂ ਨਦੀ ਸ਼ੁਰੂਆਤੀ ਦੌਰ ਦੇ ਵਿੱਚ ਹੁੰਦੀ ਹੈ, ਯਾਨੀ ਕਿ ਜਦੋਂ ਪਹਾੜੀਆਂ ਦੇ ਵਿੱਚੋਂ ਨਿਕਲਦੀ ਹੈ, ਜਿੱਥੋਂ ਉਸ ਦਾ ਓਰੀਜਨ ਹੁੰਦਾ ਹੈ, ਉਹ ਉਹਦੀ ਯੰਗ ਸਟੇਜ ਹੁੰਦੀ ਹੈ, ਜਿੱਥੇ ਉਹਦੀ ਤੀਬਰਤਾ ਅਤੇ ਉਸਦੀ ਜਿਹੜੀ ਸਪੀਡ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਇਸ ਤੋਂ ਬਾਅਦ ਜਦੋਂ ਯੰਗ ਸਟੇਜ ਕ੍ਰੋਸ ਕਰ ਲੈਂਦੀ ਹੈ ਤਾਂ ਫਿਰ ਇਸ ਤੋਂ ਬਾਅਦ ਉਹ ਦੂਸਰੀ ਸਟੇਜ ਦੇ ਵਿੱਚ ਆਉਂਦੀ ਹੈਗੀ ਜਿਸ ਦਾ ਨਾਮ ਹੈ ਮੈਚਿਓਰਿਟੀ। ਓਕੇ, ਯਾਨੀ ਕਿ ਪ੍ਰੌੜ ਅਵਸਥਾ। ਹੁਣ ਇੱਥੇ ਕੀ ਹੋਊਗਾ ਕਿ ਨਦੀ ਦੇ ਦੁਆਰਾ ਜਿਹੜਾ ਹੈਗਾ ਆਪਣਾ ਖੇਤਰ ਜਿਹੜਾ ਹੈ ਉਹ ਵਧਾ ਲੈਤਾ ਜਾਊਗਾ, ਉਸ ਦਾ ਜਿਹੜਾ ਆਸਾ ਪਾਸਾ ਹੈ ਉਹ ਜ਼ਿਆਦਾ ਵੱਧ ਜਾਵੇਗਾ। ਜਿਹੜਾ ਕਟਾਓ ਹੈ ਉਸ ਦੇ ਵਿੱਚ ਲਿਟਰਲ ਜਿਹੜੀ ਸਾਨੂੰ ਮਤਲਬ ਕਿ ਜ਼ਿਆਦਾ ਗਤੀਵਿਧੀਆਂ ਦੇਖਣ ਨੂੰ ਮਿਲ ਜਾਣਗੀਆਂ। ਨਾਲ ਹੀ ਇਹਦੀ ਸਪੀਡ ਦੇ ਵਿੱਚ ਥੋੜ੍ਹਾ ਬਹੁਤ ਜਿਹੜੀ ਹੈਗੀ ਕਮੀ ਆਉਂਦੀ ਹੈਗੀ, ਕਿਉਂਕਿ ਹੁਣ ਇਹ ਪਹਾੜਾਂ ਤੋਂ ਨੀਚੇ ਉਤਰ ਚੁੱਕੀ ਹੈ ਅਤੇ ਪਲੇਨ ਏਰੀਏ ਦੇ ਵਿੱਚ ਐਂਟਰ ਹੋ ਚੁੱਕੀ ਹੁੰਦੀ ਹੈਗੀ। ਓਕੇ, ਤਾਂ ਅੱਜ ਆਪਾਂ ਇੱਥੋਂ ਹੀ ਸ਼ੁਰੂਆਤ ਕਰਾਂਗੇ ਕਿ ਮੈਚਿਓਰਿਟੀ ਦੇ ਸਮੇਂ ਜਾਂ ਪ੍ਰੌੜ ਅਵਸਥਾ ਦੇ ਵਿੱਚ ਨਦੀ ਕਿਹੜੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ ਅਤੇ ਇੱਥੇ ਫਿਰ ਕਿਹੜੇ ਲੈਂਡਫਾਰਮ ਪਹਾੜਾਂ ਦੇ ਵਿੱਚ ਜਾਂ ਮੈਦਾਨੀ ਏਰੀਆ ਦੇ ਵਿੱਚ ਬਣਾਉਂਦੀ ਹੈਗੀ। ਸੋ ਇਸ ਦੇ ਵਿੱਚ ਯਾਦ ਰੱਖਣਾ ਹੈ ਕਿ ਪ੍ਰੌੜ ਅਵਸਥਾ ਦੇ ਵਿੱਚ ਜਿਹੜੀ ਨਦੀ ਹੈ ਉਹ ਆਪਣੀ ਲੰਬਾਤਮਕ ਅਪਰਦਨ ਜਿਹੜਾ ਹੈ ਉਸ ਨੂੰ ਖਤਮ ਕਰ ਦਿੰਦੀ ਹੈਗੀ। ਲੰਬਾਤਮਕ ਮਤਲਬ ਕਿ ਵਰਟੀਕਲ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ, ਕੋਨਿਆਂ ਤੋਂ ਜਿਹੜਾ ਕੱਟ ਕੇ ਮਤਲਬ ਕਿਸੇ ਚੀਜ਼ ਨੂੰ ਉੱਪਰ ਤੱਕ ਲੈ ਕੇ ਜਾਣਾ ਹੈ। ਸੋ ਐਗਜ਼ਾਮਪਲ ਦੇ ਤੌਰ 'ਤੇ ਕੁਝ ਇਸ ਤਰ੍ਹਾਂ ਦਾ ਜਿਹੜਾ ਕਹਿ ਸਕਦੇ ਹੈਗੇ ਕਟਾਓ ਹੈ ਉਹ ਘੱਟ ਹੋ ਜਾਂਦਾ ਹੈ। ਹੁਣ ਜਿਹੜਾ ਕਟਾਓ ਹੈ ਉਹ ਸ਼ੁਰੂ ਹੋ ਗਿਆ ਹੈ ਇਸ ਸਾਈਡ ਦੇ ਵਿੱਚ, ਠੀਕ ਹੈ, ਯਾਨੀ ਕਿ ਚੌੜਾਈ ਦੇ ਵਿੱਚ ਹੋਣਾ ਸ਼ੁਰੂ ਹੋ ਜਾਊਗਾ ਅਤੇ ਨਾਲ ਹੀ ਇੱਥੇ ਸੰਤੁਲਨ ਦੀ ਅਵਸਥਾ ਦੇ ਵਿੱਚ ਸਾਨੂੰ ਇਹ ਨਦੀ ਦੇਖਣ ਨੂੰ ਮਿਲਦੀ ਆ। ਪਹਿਲਾਂ ਥੋੜ੍ਹੀ ਜਿਹੀ ਜ਼ਿਆਦਾ ਸਪੀਡ ਹੋਣ ਕਰਕੇ ਕਾਫੀ ਜ਼ਿਆਦਾ ਉਥਲ ਪੁਥਲ ਹੁੰਦੀ ਹੈ ਇਹਦੇ ਵਿੱਚ, ਪਰ ਇੱਥੇ ਹੁਣ ਇਹ ਸੰਤੁਲਿਤ ਹੋ ਚੁੱਕੀ ਹੈ ਕਿਉਂਕਿ ਹੁਣ ਮੈਦਾਨੀ ਏਰੀਏ ਦੇ ਆਸ-ਪਾਸ ਜਿਹੜਾ ਹੈ ਪਹੁੰਚਣੀ ਸ਼ੁਰੂ ਹੋ ਚੁੱਕੀ ਹੈਗੀ। ਓਕੇ, ਅਤੇ ਇਸੇ ਨਾਲ ਹੀ ਪਾਸਾ ਪਰਦਨ ਜਿਹਨੂੰ ਕਿ ਹੌਰੀਜ਼ੌਂਟਲ ਇਰੋਜ਼ਨ ਵੀ ਕਹਿ ਦਿੰਦੇ ਹੈਗੇ ਅਤੇ ਜਾਂ ਫਿਰ ਲੈਟਰਲ ਵੀ ਕਹਿ ਦਿੰਦੇ ਹੈਗੇ, ਦੋਨੋਂ ਸ਼ਬਦ ਹੀ ਵਰਤ ਲੈਂਦੇ ਹੈਗੇ, ਠੀਕ ਹੈ। ਲੈਟਰਲ ਇਰੋਜ਼ਨ ਵੀ ਕਹਿ ਦਿੱਤਾ ਜਾਂਦਾ ਹੈ। ਸੋ ਇੱਥੇ ਫਿਰ ਇਹ ਵਰਟੀਕਲ ਇਰੋਜ਼ਨ ਦੀ ਜਗ੍ਹਾ ਦੇ ਉੱਪਰ ਹੁਣ ਹੌਰੀਜ਼ੌਂਟਲ ਜਾਂ ਲੈਟਰਲ ਇਰੋਜ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਲੈਟਰਲ ਦਾ ਮਤਲਬ ਹੈ ਕਿ ਸਾਈਡਾਂ ਤੋਂ, ਠੀਕ ਹੈ, ਯਾਦ ਰੱਖਣਾ ਸਾਈਡਾਂ ਨੂੰ ਹੈ। ਪਹਿਲਾਂ ਆਪਾਂ ਜਿਹੜਾ ਹੈ ਵਰਟੀਕਲ ਦੇ ਵਿੱਚ ਗੱਲ ਕਰਦੇ ਹਾਂ, ਖੜਵੇਂ ਲੋਟ ਹੈ, ਠੀਕ ਹੈ, ਇਸ ਤਰੀਕੇ ਦੇ ਨਾਲ ਜਿਹੜਾ ਕਟਾਓ ਹੁੰਦਾ ਹੈਗਾ ਜਾਂ ਫਿਰ ਨੀਚੇ ਨੂੰ ਕਟਾਓ ਹੁੰਦਾ ਹੈਗਾ, ਪਰ ਹੁਣ ਇੱਥੇ ਸਾਈਡਾਂ ਦੇ ਵੱਲ ਹੈ, ਠੀਕ ਹੈ, ਸਾਈਡ ਦੇ ਵੱਲ ਜਿਹੜਾ ਉਹ ਕਟਾਅ ਹੋਣਾ ਸ਼ੁਰੂ ਹੁੰਦਾ ਹੈ, ਜਿਸ ਦੇ ਕਾਰਨ ਕਰਕੇ ਜਿਹੜੀਆਂ ਆਪਾਂ ਘਾਟੀਆਂ ਪੜ੍ਹੀਆਂ ਸੀਗੀਆਂ ਹੁਣ ਉਹ ਘਾਟੀਆਂ ਚੌੜੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਉਹਨਾਂ ਦਾ ਏਰੀਆ ਜਿਹੜਾ ਹੁਣ ਵਿਰਥ ਜਿਹੜੀ ਉਸਦੀ ਉਹ ਜ਼ਿਆਦਾ ਹੋ ਜਾਵੇਗੀ, ਚੌੜਾਈ ਜ਼ਿਆਦਾ ਹੋ ਜਾਵੇਗੀ, ਜਿਸ ਕਾਰਨ ਕਰਕੇ ਇੱਥੇ ਹੁਣ ਵੀ ਆਕਾਰ ਦੀਆਂ ਜਿਹੜੀਆਂ ਘਾਟੀਆਂ ਨੇ ਬਿਲਕੁਲ ਤਿੱਖੀਆਂ ਹੁੰਦੀਆਂ ਸੀਗੀਆਂ, ਹੁਣ ਉਹ ਚੌੜੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਿਸ ਦੇ ਵਿੱਚ ਆਪਾਂ ਯੂ ਆਕਾਰ ਦੀ ਵੈਲੀ ਨੂੰ ਵੀ ਆਪਾਂ ਐਡ ਕਰ ਸਕਦੇ ਹੈਗੇ, ਮਤਲਬ ਕਹਿ ਸਕਦੇ ਹੈਗੇ। ਇਸ ਸਥਿਤੀ ਨੂੰ ਜਾਂ ਇਸ ਅਵਸਥਾ ਨੂੰ ਜਦੋਂ ਇਹ ਪ੍ਰੌੜ ਅਵਸਥਾ ਦੇ ਵਿੱਚ ਹੁੰਦੀ ਹੈ ਤਾਂ ਇਹਨੂੰ ਦ ਮਿਡਲ ਐਂਡ ਵੈਲੀ ਕੋਰਸ ਦੇ ਨਾਮ ਨਾਲ ਵੀ ਜਾਣਦੇ ਹੈਗੇ। ਇਹ ਨਦੀ ਦੀ ਸੈਕੰਡ ਅਵਸਥਾ ਹੈ ਜਿਸ ਨੂੰ ਪ੍ਰੌੜ ਅਵਸਥਾ ਕਹਿੰਦੇ ਹੈਗੇ। ਸੋ ਇਹ ਕੁਝ ਮੇਨ ਜਿਹੜੇ ਹੈ ਚੇਂਜਸ ਨੇਗੇ ਇਹ ਸ਼ੁਰੂਆਤ ਦੇ ਵਿੱਚ ਹੀ ਦੇਖਣ ਨੂੰ ਮਿਲਦੇ ਹੈਗੇ ਜਦੋਂ ਆਪਾਂ ਪ੍ਰੌੜ ਅਵਸਥਾ ਦੀ ਨਦੀ ਦੀ ਗੱਲ ਕਰਦੇ ਹੈਗੇ। ਓਕੇ, ਨੈਕਸਟ ਯਾਦ ਕਰਨੀ ਹੈਗੀ ਆਪਾਂ ਸਾਡੇ ਲੈਂਡਫਾਰਮ। ਅੱਛਾ, ਇਹਦੇ ਵਿੱਚ ਆਪਣੇ ਜਿਹੜੇ ਟੌਪਿਕ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਐਗਜ਼ਾਮ ਦੇ ਪੱਖ ਤੋਂ ਲੈਂਡਫਾਰਮ ਵੀ ਇੰਪੋਰਟੈਂਟ ਨੇਗੇ, ਕਿਉਂਕਿ ਆਪਣੇ ਲਾਸਟ ਜਿਵੇਂ ਮਾਸਟਰ ਕਿਟ ਦੇ ਵਿੱਚ ਜਿਹੜਾ ਹੈ ਜਾਂ ਮਤਲਬ ਹੋਰ ਕਿਸੇ ਐਗਜ਼ਾਮ ਦੇ ਵਿੱਚ ਹਮੇਸ਼ਾ ਲੈਂਡਫਾਰਮ ਨੂੰ ਜ਼ਿਆਦਾ ਕਵਰ ਕੀਤਾ ਜਾਂਦਾ ਹੁੰਦਾ, ਮਤਲਬ ਕਿ ਇਹਨਾਂ ਟੌਪਿਕਸ ਦੇ ਵਿੱਚੋਂ ਤਾਂ ਆਪਾਂ ਲੈਂਡਫਾਰਮ ਦੇ ਉੱਪਰ ਜ਼ਿਆਦਾ ਫੋਕਸ ਕਰਾਂਗੇ। ਓਕੇ, ਸੋ ਥਲ ਕਰਤੀਆਂ, ਠੀਕ ਹੈ। ਸੋ ਥਲ ਕਰਤੀਆਂ ਦੇ ਦੌਰਾਨ ਕੀ ਕੁਛ ਬਣਦਾ ਹੈ ਪਹਿਲਾਂ ਆਪਾਂ ਇਸ ਬਾਰੇ ਡਿਸਕਸ ਕਰਦੇ ਹੈਗੇ। ਓਕੇ, ਸੋ ਥਲ ਕਰਤੀਆਂ ਦੇ ਵਿੱਚੋਂ ਸਭ ਤੋਂ ਪਹਿਲਾ ਫੀਚਰ ਜਾਂ ਜਿਹੜਾ ਪਹਿਲਾ ਲੈਂਡਫਾਰਮ ਬਣਦਾ ਹੈ ਜੀ ਉਹ ਹੈ ਹੜ੍ਹਾਂ ਦੇ ਮੈਦਾਨ, ਠੀਕ ਹੈ, ਜਿਹਨੂੰ ਫਲੱਡ ਪਲੇਨ ਕਿਹਾ ਜਾਂਦਾ ਹੈਗਾ। ਇਹ ਸਭ ਤੋਂ ਪਹਿਲਾਂ ਹੋਂਦ ਦੇ ਵਿੱਚ ਆਉਂਦੇ ਹੈਗੇ ਜਾਂ ਸਭ ਤੋਂ ਮੇਨ ਜਿਹੜਾ ਕਹਿ ਸਕਦੇ ਫੀਚਰ ਹੈ। ਨਦੀ ਜਿਹੜੀ ਹੈ ਹੁਣ
ਕਹਿ ਸਕਦੇ ਹਾਂ ਪਹਾੜੀ ਖੇਤਰਾਂ ਦੇ ਵਿੱਚੋਂ ਪਾਸ ਹੋ ਚੁੱਕੀ ਹੈ ਅਤੇ ਹੁਣ ਮੈਦਾਨੀ ਏਰੀਆ ਦੇ ਵਿੱਚ ਐਂਟਰ ਹੋ ਚੁੱਕੀ ਹੈ। ਅਤੇ ਜਦੋਂ ਉਹ ਮੈਦਾਨੀ ਏਰੀਆ ਦੇ ਵਿੱਚ ਐਂਟਰ ਹੁੰਦੀ ਆ ਤਾਂ ਜਿਹੜੀ ਨਦੀ ਘਾਟੀਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਜਿਹੜਾ ਤਲ ਹੁੰਦਾ ਹੈ, ਠੀਕ ਹੈ, ਜੋ ਬੇਸ ਹੁੰਦਾ ਹੈ ਉਹ ਚੌੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੱਧਰਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਕਾਰਨ ਕਰਕੇ ਕਹਿ ਸਕਦੇ ਹਾਂ ਕਿ ਨਦੀ ਦੇ ਜਿਹੜੇ ਮਾਰਗ ਨੇਗੇ ਉਹਦੇ ਮੋੜ ਵੱਡੇ ਵੱਡੇ ਹੋ ਜਾਂਦੇ ਆ, ਮਤਲਬ ਬਹੁਤ ਜ਼ਿਆਦਾ ਵਾਸਟ ਹੋ ਜਾਂਦੇ ਹੈਗੇ ਕਿ ਅਤੇ ਇਹ ਨਦੀ ਜਿਹੜੀ ਹੈਗੀ ਫਿਰ ਜਦੋਂ ਚੱਲਦੀ ਹੈਗੀ ਕਿ ਤਾਂ ਇਹ ਆਪਣੇ ਵਾਲੇ ਜਿਹੜੇ ਖੇਤਰ ਦੇ ਨਾਲ ਨਾਲ ਹਿੱਸੇ ਲੱਗਦੇ ਹੈਗੇ ਜ਼ਮੀਨ ਦੇ ਜਾਂ ਮਿੱਟੀ ਦੇ, ਹੈ ਨਾ, ਉਹਨੂੰ ਮਤਲਬ ਕਿ ਰੋਜ਼ ਕਰਦੀ ਹੈ ਜਾਂ ਬਾਹਰ ਨੂੰ ਧੱਕਦੀ ਹੈਗੀ, ਠੀਕ ਹੈ, ਉਸ ਨੂੰ ਕੀ ਹੈ, ਬਾਹਰ ਨੂੰ ਧੱਕਦੀ ਹੈ। ਜਦੋਂ ਬਾਹਰ ਨੂੰ ਧੱਕਦੀ ਹੈ ਤਾਂ ਨਦੀ ਦਾ ਜਿਹੜਾ ਸੁਭਾਵਿਕ ਜੀ ਗੱਲ ਹੈ ਨਾ, ਮਤਲਬ ਖੇਤਰ ਹੈ ਉਹ ਜ਼ਿਆਦਾ ਚੌੜਾ ਹੋ ਜਾਊਗਾ ਇਸ ਤਰੀਕੇ ਦੇ ਨਾਲ। ਜਦੋਂ ਇਹ ਵਾਰੀ ਵਾਰੀ ਮਤਲਬ ਇਸ ਤਰੀਕੇ ਨਾਲ ਕੱਟ ਕਰਦੀ ਹੈਗੀ ਤਾਂ ਉਹਦੇ ਨਾਲ ਕੀ ਹੈਗਾ ਉਸ ਦਾ ਜਿਹੜਾ ਖੇਤਰ ਹੈ ਉਹ ਜ਼ਿਆਦਾ ਹੋ ਜਾਂਦਾ ਹੈਗਾ ਅਤੇ ਮੋੜ ਜਿਹੜਾ ਹੈ ਉਹ ਅੰਦਰਲੇ ਪਾਸੇ ਨੂੰ ਕੁਝ ਪੱਧਰਾ ਰਹਿੰਦਾ ਹੈਗਾ, ਠੀਕ ਹੈ, ਜੋ ਕਿ ਰੇਤਲਾ ਸਥਾਨ ਉਹਨਾਂ ਨੂੰ ਛੱਡ ਕੇ ਬਾਕੀ ਵਾਲੇ ਖੇਤਰ ਨੂੰ ਜਿਹੜਾ ਹੈ ਇਹ ਬਾਹਰ ਨੂੰ ਮਤਲਬ ਧੱਕ ਕੇ ਮਤਲਬ ਕਿ ਉਸ ਨੂੰ ਖੁਰਚਦੀ ਰਹਿੰਦੀ ਹੈਗੀ ਜਾਂ ਉਸ ਨੂੰ ਮਤਲਬ ਹੋਰ ਵਿਸਤ੍ਰਿਤ ਕਰਦੀ ਰਹਿੰਦੀ ਹੈਗੀ ਤਾਂ ਇਸੇ ਦੌਰਾਨ ਜਿਹੜੀਆਂ ਚੀਜ਼ਾਂ ਬਣਦੀਆਂ ਹੈਗੀਆਂ ਨੇ ਉਹਨੂੰ ਕਹਿੰਦੇ ਆ ਜੀ ਫਲੱਡ ਪਲੇਨ। ਓਕੇ, ਸਿੰਪਲ ਜਿਹਾ ਅਰਥ ਹੈ ਕਿ ਥਲ ਕਰਤੀਆਂ ਦੇ ਅਧੀਨ ਜਦੋਂ ਨਦੀ ਪ੍ਰੌੜ ਅਵਸਥਾ ਦੇ ਵਿੱਚ, ਮੈਚਿਓਰਿਟੀ ਦੀ ਅਵਸਥਾ ਦੇ ਵਿੱਚ ਹੁੰਦੀ ਹੈ ਤਾਂ ਉਦੋਂ ਲੈਂਡ ਫਾਰਮ ਬਣਦੇ ਆ ਹੜ੍ਹਾਂ ਦੇ ਮੈਦਾਨ। ਇਹਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੈ। ਹੜ੍ਹ ਦੇ ਮੈਦਾਨ ਜਦੋਂ ਨਦੀ ਦੇ ਦੁਆਰਾ ਪਾਣੀ ਬਹੁਤ ਵੱਡੇ ਖੇਤਰ ਦੇ ਵਿੱਚ ਫੈਲ ਜਾਂਦਾ ਜਾਂ ਆਪਣੇ ਆਪਣੇ ਖੇਤਰਾਂ ਦੇ ਵਿੱਚ ਉਸ ਦਾ ਜਿਹੜਾ ਵਿਸਤਾਰ ਵੱਧਦਾ ਜਾਂਦਾ ਉਹਨੂੰ ਆਪਾਂ ਹੜ੍ਹਾਂ ਦੇ ਮੈਦਾਨ ਕਹਿੰਦੇ ਹਾਂ। ਦੂਸਰਾ ਲੈਂਡ ਫਾਰਮ ਨਦੀ ਦੀ ਵੱਲਦਾਰ ਮਾਰਗ, ਜਿਹਨੂੰ ਰਿਵਰ ਮਾਈਂਡਰ ਕਹਿੰਦੇ ਆ। ਇਹਨਾਂ ਨੂੰ ਤੁਸੀਂ ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਯਾਦ ਰੱਖ ਲਿਓ ਕਿਉਂਕਿ ਛੋਟੇ ਛੋਟੇ ਕਨਸੈਪਟ ਜਿਹੇ ਨਾਮ ਜਿਹੇ ਹੈਗੇ ਕਿਉਂਕਿ ਪੰਜਾਬੀ ਦੇ ਵਿੱਚ ਥੋੜ੍ਹੇ ਮੀਨਿੰਗ ਇਹਨਾਂ ਦੇ ਚੇਂਜ ਹੋ ਜਾਂਦੇ ਹੁੰਦੇ ਆ। ਹੁਣ ਕੀ ਹੁੰਦਾ ਹੈ, ਜਿਹੜੀ ਨਦੀ ਆਪਾਂ ਪਹਿਲਾਂ ਗੱਲ ਕੀਤੀ ਹੈ ਜਿਸ ਕਿ ਹੜ੍ਹਾਂ ਦੇ ਮੈਦਾਨ ਦੇ ਵਿੱਚ ਆ ਚੁੱਕੀ ਸੀਗੀ, ਹੁਣ ਉੱਥੇ ਹੀ ਇੱਕ ਸਾਨੂੰ ਇਹ ਪਰਿਵਰਤਨ ਦੇਖਣ ਨੂੰ ਮਿਲੂਗਾ ਕਿ ਜਿਹੜੀ ਨਦੀ ਪਹਿਲਾਂ ਖੁੱਲ੍ਹੇ ਚੱਲ ਰਹੀ ਸੀਗੀ, ਠੀਕ ਹੈ, ਸਟਰੇਟ ਚੱਲ ਰਹੀ ਸੀਗੀ, ਹੁਣ ਅੱਗੇ ਜਾ ਕੇ ਜਦੋਂ ਉਹ ਕੁਝ ਅਜਿਹੇ ਖੇਤਰਾਂ ਦੇ ਵਿੱਚ ਜਾਂਦੀ ਹੈ ਜਿੱਥੇ ਕੁਝ ਨਾ ਕੁਝ ਰੁਕਾਵਟਾਂ ਹੁੰਦੀਆਂ ਨੇ, ਮਤਲਬ ਕਿ ਜਿਹੜੀਆਂ ਨੋਰਮਲ ਚਟਾਨਾਂ ਸੀ ਉਹਨੂੰ ਤਾਂ ਉਸਨੇ ਖੁਰਚ ਕੇ ਜਿਹੜਾ ਹੈ ਸਾਈਡ 'ਤੇ ਕਰ ਦਿੱਤਾ ਅਤੇ ਆਪਣਾ ਏਰੀਆ ਜਿਹੜਾ ਹੈ ਉਹ ਵਾਸਟ ਕਰ ਲਿੱਤਾ। ਪਰ ਹੁਣ ਇੱਥੇ ਕੀ ਹੁੰਦਾ ਹੈਗਾ ਕਿ ਜਦੋਂ ਨਦੀ ਚੱਲੀ ਆਉਂਦੀ ਹੈਗੀ ਤਾਂ ਉਸ ਦੇ ਅੱਗੇ ਜਾ ਕੇ ਕੁਝ ਮਤਲਬ ਹਾਰਡ ਰੌਕਸ ਜਾਂ ਹਾਰਡ ਲੈਂਡ ਆ ਜਾਂਦੀ ਹੈਗੀ ਜਿਸ ਦੇ ਕਾਰਨ ਕੀ ਹੁੰਦਾ ਹੈਗਾ ਕਿ ਨਦੀ ਉਸ ਖੇਤਰ ਨੂੰ ਤਾਂ ਮਤਲਬ ਖੁਰਚ ਨਹੀਂ ਸਕਦੀ, ਪੱਟ ਨਹੀਂ ਸਕਦੀ ਕਿਉਂਕਿ ਪੱਕਾ ਹੈ, ਠੀਕ ਹੈ ਉਹ, ਪਰ ਉੱਥੇ ਹੀ ਕੁਝ ਸੌਫਟ ਖੇਤਰ ਹੁੰਦਾ ਹੈ, ਠੀਕ ਹੈ, ਜਾਣੀ ਕਿ ਕਹਿ ਸਕਦੇ ਹਾਂ ਸੌਫਟ ਰੌਕਸ ਹੁੰਦੀਆਂ ਨੇ, ਉਸ ਨੂੰ ਉਹ ਮਤਲਬ ਖੁਰਚ ਕੇ ਦੂਸਰਾ ਰਸਤਾ ਬਣਾ ਲੈਂਦੀ ਹੈ, ਉਸ ਨੂੰ ਖੁਰਚ ਕੇ ਉਹ ਦੂਸਰਾ ਰਸਤਾ ਬਣਾਉਂਦੀ ਹੈ। ਹਾਰਡ ਜਿਹੜਾ ਹੈ HR ਦਾ ਮਤਲਬ ਹਾਰਡ ਰੌਕਸ ਅਤੇ ਜਿਹੜੀ ਸੌਫਟ ਰੌਕ ਨਹੀਂ, ਆਪਾਂ ਇੱਥੇ ਮਿੱਟੀ ਦਾ ਸ਼ਬਦ ਵਰਤਾਂਗੇ, ਵੈਸੇ ਤੁਹਾਨੂੰ ਦੱਸ ਰਿਹਾ ਮੈਂ, ਓਕੇ, ਜਾਂ ਇੱਥੇ ਕਹਿ ਸਕਦੇ ਹਾਂ ਸੌਫਟ ਰੌਕ ਜਿਹੜੀ ਹੈ ਇਹ ਕੀ ਕਰਦੀ ਹੈਗੀ ਇਹ ਸੌਫਟ ਰੌਕ ਨੂੰ ਤਾਂ ਖੁਰਚ ਲੈਂਦੀ ਹੈ ਜਾਂ ਸੌਫਟ ਜ਼ਮੀਨ ਨੂੰ ਜਿਹੜਾ ਹੈ ਲੈਂਡ ਨੂੰ ਤਾਂ ਜਿਹੜੀ ਖੁਰਚ ਲੈਂਦੀ ਹੈ, ਬਟ ਹਾਰਡ ਨੂੰ ਨਹੀਂ ਖੁਰਚ ਸਕਦੀ। ਇਸ ਕਰਕੇ ਮਤਲਬ ਹਾਰਡ ਤਾਂ ਉਸੇ ਤਰੀਕੇ ਨਾਲ ਬੜੀ ਰਹਿੰਦੀ ਹੈ ਬਟ ਸੌਫਟ ਨੂੰ ਕ੍ਰੋਸ ਕਰਕੇ ਫਿਰ ਨਾ ਚਲੀ ਜਾਂਦੀ, ਫਿਰ ਅੱਗੇ ਜਾਂਦੀ ਹੈਗੀ, ਫਿਰ ਅੱਗੇ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਦਾ ਹੈ ਜਿਸ ਦੇ ਕਾਰਨ ਕਰਕੇ ਕਹਿ ਸਕਦੇ ਹੈਗੇ ਕਿ ਨਦੀ ਫਿਰ ਉਸ ਦੇ ਆਲੇ ਦੁਆਲੇ ਘੁੰਮ ਜਾਂਦੀ ਹੈਗੀ, ਠੀਕ ਹੈ। ਇਸ ਤਰੀਕੇ ਨਾਲ ਅੱਗੇ ਫਿਰ ਉਸ ਨੂੰ ਇਸੇ ਤਰ੍ਹਾਂ ਦਾ ਫਿਨੋਮੀਨਾ ਮਿਲਦਾ ਤਾਂ ਇਸ ਤਰੀਕੇ ਦੇ ਨਾਲ ਮਤਲਬ ਹਾਰਡ ਜਿਹੜਾ ਖੇਤਰ ਉਹ ਵੱਧ ਜਾਂਦਾ ਹੈ ਅਤੇ ਸੌਫਟ ਨੂੰ ਕੱਟ ਕੇ ਮਤਲਬ ਆਪਣੇ ਮੋੜ ਬਣਾ ਲੈਂਦੀ ਹੈਗੀ ਕਿਉਂਕਿ ਇਹ ਜਿਹੜੀ ਹਾਰਡ ਮਤਲਬ ਜ਼ਮੀਨ ਹੈ ਜਾਂ ਰੌਕ ਹੈਗੀ ਜ਼ਿਆਦਾਤਰ ਜ਼ਮੀਨ ਸ਼ਬਦ ਵਰਤਾਂਗੇ ਤਾਂ ਇਹ ਇਸ ਦੀ ਰਸਤੇ ਦੀ ਰੁਕਾਵਟ ਬਣ ਜਾਂਦੀ ਹੈ। ਇਹ ਰਸਤੇ ਦੀ ਰੁਕਾਵਟ ਬਣਨ ਦੇ ਕਾਰਨ ਕਰਕੇ ਹੀ ਪਾਣੀ ਨੂੰ ਤਾਂ ਫਿਰ ਕੋਈ ਨਾ ਕੋਈ ਰਸਤਾ ਲੱਭਣਾ ਹੀ ਪੈਂਦਾ ਹੈ ਅਤੇ ਉਹ ਪਾਣੀ ਫਿਰ ਆਪਣਾ ਰਸਤਾ ਬਣਾਉਣ ਲਈ ਕਿਸੇ ਦੂਜੇ ਖੇਤਰ ਦੇ ਵਿੱਚ ਦੀ ਐਂਟਰ ਹੁੰਦਾ ਹੈਗਾ ਅਤੇ ਜਦੋਂ ਅਜਿਹਾ ਵਾਰੀ ਹੁੰਦਾ ਹੈ ਵੱਡੇ ਖੇਤਰ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਉਹਨੂੰ ਆਪਾਂ ਕਹਿ ਦਿੰਦੇ ਹੈਗੇ ਨਦੀ ਵਿਸਰਪਣ ਜਾਂ ਫਿਰ ਵੱਲਦਾਰ ਮਾਰਗ, ਜਿਹਨੂੰ ਕਿ ਰਿਵਰ ਮਾਈਂਡਰ ਦਾ ਜਿਹੜਾ ਨਾਮ ਦਿੱਤਾ ਜਾਂਦਾ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਨਦੀ ਇਸ ਤਰੀਕੇ ਦੇ ਨਾਲ ਆ ਰਹੀ ਹੈ ਬਟ ਇਸਨੇ ਆਹ ਖੇਤਰ ਖੁਰਚਣ ਦੀ ਬਜਾਏ, ਕਿਉਂਕਿ ਖੁਰਚ ਨਹੀਂ ਪਾਇਆ, ਜ਼ਿਆਦਾ ਜ਼ਮੀਨ ਸੀਗੀ ਜਾਂ ਫਿਰ ਹਾਰਡ ਸੀਗੇ ਇਹ, ਤਾਂ ਇਸ ਨੂੰ ਸੌਫਟ ਖੇਤਰ ਨੂੰ ਖੁਰਚ ਕੇ ਇਸ ਤਰੀਕੇ ਦੇ ਨਾਲ ਆਪਣਾ ਰਸਤਾ ਬਣਾਉਂਦੇ ਹੋਏ ਜਿਹੜਾ ਹੈ ਇੱਕ ਸੱਪ ਦੀ ਤਰ੍ਹਾਂ ਜਿਹੜਾ ਮਿਲਦੀ ਹੋਈ ਰਿਵਰ ਮਾਈਂਡਰ ਦੇ ਰੂਪ ਦੇ ਵਿੱਚ ਪਹੁੰਚਦੀ ਹੈਗੀ। ਮੋੜਦਾਰ ਤਰੀਕੇ ਦੇ ਨਾਲ ਨਦੀ ਦਾ ਬਹਿਣਾ ਇਹ ਉਸ ਸਟੇਜ ਦੇ ਵਿੱਚ ਹੁੰਦਾ ਹੈ ਜਦੋਂ ਨਦੀ ਜਿਹੜੀ ਹੈ ਪ੍ਰੌੜ ਅਵਸਥਾ ਦੇ ਵਿੱਚ ਹੁੰਦੀ ਹੈ, ਮੈਚਿਓਰਿਟੀ ਦੀ ਏਜ ਦੇ ਵਿੱਚ ਹੁੰਦੀ ਹੈਗੀ। ਤੀਸਰਾ ਫਨੋਮੈਨਾ ਹੈ ਜਾਂ ਤੀਸਰਾ ਲੈਂਡਫਾਰਮ ਹੈ ਜੀ ਦਰਿਆਈ ਕੰਢੇ ਦੇ ਖੜੀਆਂ ਢਲਾਨਾਂ ਜਾਂ ਕਗਾਰ। ਹੁਣ ਦੇਖੋ ਪੰਜਾਬੀ 'ਚ ਕਾਫੀ ਵੱਡਾ ਨਾਮ ਹੋ ਜਾਂਦਾ ਬਟ ਜੇ ਆਪਾਂ ਇੰਗਲਿਸ਼ 'ਚ ਗੱਲ ਕਰੀਏ ਤਾਂ ਛੋਟਾ ਜਿਹਾ ਨਾਮ ਹੀ ਹੈ ਜਿਸ ਨੂੰ ਰਿਵਰ ਕਲਿਫਸ ਕਿਹਾ ਜਾਂਦਾ। ਰਿਵਰ ਕਲਿਫਸ ਪੰਜਾਬੀ ਦੇ ਵਿੱਚ ਇੱਕੋ ਸ਼ਬਦ ਦੇ ਵਿੱਚ ਮੈਂ ਡਿਫਾਈਨ ਕਰਾਂ ਤਾਂ ਇਹ ਹੈਗੀਆਂ ਨੇ ਖੜੀਆਂ ਹੋਈਆਂ ਚੱਟਾਨਾਂ ਜਿਹਨੂੰ ਕਿ ਨਦੀ ਦੇ ਦੁਆਰਾ ਹੇਠਾਂ ਤੋਂ ਤਾਂ ਖੁਰਚ ਲਿਆ ਗਿਆ ਹੈਗਾ ਪਰ ਉੱਪਰੋਂ ਇਹ ਖੜੀਆਂ ਹੈਗੀਆਂ ਨੇਗੀਆਂ, ਇਹਨੂੰ ਕਹਿ ਦਿੰਦੇ ਆਪਾਂ ਰਿਵਰ ਕਲਿਫਸ। ਜਿਵੇਂ ਕਿ ਤੁਸੀਂ ਆਹ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਨਦੀ ਨੇ ਇਸ ਦੇ ਆਹ ਖੇਤਰ ਨੂੰ ਖੁਰਚ ਕੇ ਜਿਹੜਾ ਹੈ ਮਤਲਬ ਡੂੰਘਾ ਕਰ ਦਿੱਤਾ ਪਰ ਆਹ ਵਾਲਾ ਖੇਤਰ ਜਿਹੜਾ ਹੈ ਉਹ ਉਵੇਂ ਦਾ ਉਵੇਂ ਖੜਾ ਹੈ। ਇਸ ਖੇਤਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਦੀ ਨੇ ਕ੍ਰਾਸ ਕੀਤਾ ਹੈ, ਨਿਚਲੀਆਂ ਚੱਟਾਨਾਂ ਜਿਹੜੀਆਂ ਨੇ ਖੁਰਚ ਚੁੱਕੀਆਂ ਨੇਗੀਆਂ ਜਿਸ ਦੇ ਕਾਰਨ ਕਰਕੇ ਇੱਥੇ ਪਾਣੀ ਖੜਾ ਹੈ ਬਟ ਆਹ ਚੱਟਾਨਾਂ ਐਜ਼ ਇਟ ਜਿਹੜੀਆਂ ਨੇ ਉਸੇ ਤਰੀਕੇ ਦੇ ਨਾਲ ਮੌਜੂਦ ਹੈਗੀਆਂ ਨੇ, ਠੀਕ ਹੈ।
ਤਾਂ ਇਹ ਕੀ ਚੀਜ਼ ਹੁੰਦੀ ਹੈ ਜੀ, ਰਿਵਰ ਕਲਿਪਸ ਕੀ ਹੁੰਦਾ ਹੈ ਕਿ ਨਦੀ ਜਦੋਂ ਮੋੜਦਾਰ ਰਸਤਿਆਂ ਰਾਹੀਂ ਜਾਂਦੀ ਹੈਗੀ ਆ, ਮੋੜ ਰਾਹੀਂ ਰਸਤੇ ਜਿਹੜੇ ਪਾਉਂਦੀ ਹੈਗੀ ਆ, ਤਾਂ ਉਸ ਦੇ ਸਮੇਂ ਦੇ ਦੌਰਾਨ ਉਹ ਚਟਾਨਾਂ ਨੂੰ ਖੁਰਚ ਕੇ ਉਹਦੇ ਹੇਠਲੇ ਹਿੱਸੇ ਨੂੰ ਜਿਹੜਾ ਖੁਰਚ ਲੈਂਦੀ ਹੈਗੀ ਅਤੇ ਉੱਪਰਲਾ ਹਿੱਸਾ ਜਿਹੜਾ ਹੈ ਉਹ ਇੱਕ ਚਟਾਨ ਦੀ ਤਰ੍ਹਾਂ ਜਾਂ ਇੱਕ ਕਗਾਰ ਦੀ ਤਰ੍ਹਾਂ, ਜਿਹਨੂੰ ਕਲਿਫ ਕਹਿ ਦਿੰਦੇ ਆ, ਉਹਦੀ ਜਗ੍ਹਾ ਦੇ ਉਸੇ ਤਰ੍ਹਾਂ ਜਿਹੜਾ ਖੜਾ ਰਹਿੰਦਾ ਹੈਗਾ ਗਾ। ਇਸ ਨੂੰ ਹੀ ਆਪਾਂ ਰਿਵਰ ਕਲਿਪਸ ਜਿਹੜਾ ਕਹਿੰਦੇ ਹੈਗੇ ਆਂਗੇ। ਇਸ ਤਰੀਕੇ ਦੇ ਨਾਲ ਇੱਕ ਖੜੀ ਹੋਈ ਸਾਨੂੰ ਜਿਹੜੀ ਕਹਿ ਸਕਦੇ ਹਾਂ ਚਟਾਨ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਆਪਾਂ ਰਿਵਰ ਕਲਿਪਸ ਕਹਿ ਦਿੰਦੇ ਹੈਗੇ ਆਂਗੇ। ਠੀਕ ਹੈ, ਧਿਆਨ ਰੱਖੀਏ, ਇਸ ਨੂੰ ਕੰਢੇ ਤੋਂ ਹੇਠਾਂ ਖੁਰਚਣ ਨੂੰ ਜਿਹੜਾ ਕਿਹਾ ਜਾਂਦਾ ਹੈ ਉਹ ਹੈ ਅੰਡਰ ਕਟਿੰਗ ਆਫ ਬੈਂਕਸ। ਅੰਡਰ ਕਟਿੰਗ ਆਫ ਬੈਂਕਸ ਕਿਹਾ ਜਾਂਦਾ ਹੈ ਜਦੋਂ ਨਦੀ ਕਿਸੇ ਚਟਾਨ ਨੂੰ ਹੇਠਾਂ ਤੋਂ ਖੁਰਚਦੀ ਹੈਗੀ ਹੈਗੀ। ਠੀਕ ਹੈ, ਬਾਹਰਲੇ ਪਾਸੇ ਤੋਂ ਹੇਠਾਂ ਨੂੰ ਜਦੋਂ ਖੁਰਚਦੀ ਹੈ ਉਸ ਨੂੰ ਕਹਿੰਦੇ ਹੈਗੇ ਆਂਗੇ। ਇੱਕ ਇਸ ਨੂੰ ਹੋਰ ਵੀ ਕਈ ਨਾਮ ਦਿੱਤੇ ਜਾਂਦੇ ਆ, ਕਦੋਂ ਜਦੋਂ ਕਹਿੰਦੇ ਮਤਲਬ ਇਸ ਦੇ ਅੰਦਰਲੇ ਪਾਸੇ ਜਿੱਥੋਂ ਮਤਲਬ ਇਹਨੇ ਖੁਰਚਿਆ ਹੈਗਾ ਗਾ, ਉਸ ਜਗ੍ਹਾ ਦੇ ਵਿੱਚ ਜਾ ਕੇ ਜਦੋਂ ਇਹ ਰੇਤ, ਬਜਰੀ ਜਾਂ ਹੋਰ ਮਤਲਬ ਜੋ ਮਲਬਾ ਨਾਲ ਲੈ ਕੇ ਆਉਂਦੀ ਨਦੀ, ਉਸ ਨੂੰ ਮਤਲਬ ਕਿ ਜਮ੍ਹਾਂ ਕਰਦੀ ਹੈ ਇਸ ਖੇਤਰ ਦੇ ਵਿੱਚ। ਠੀਕ ਹੈ, ਜਾਂ ਮੰਨ ਲਓ ਉਸ ਦੇ ਵਿੱਚ ਖੁਰਚ ਕੇ ਕੁਝ ਹੋਰ ਖੇਤਰ ਐਡ ਕਰ ਦਿੰਦੀ ਹੈ, ਤੇ ਇਹਨੂੰ ਸਿੰਗਲ ਢਲਾਨ ਦੇ ਨਾਮ ਨਾਲ ਜਾਂ ਸਿੰਗਲ ਸਲੋਪ ਜਾਂ ਸਲਿਪ ਆਫ ਸਲੋਪ ਵੀ ਕਹਿ ਦਿੱਤਾ ਜਾਂਦਾ। ਸੋ ਇਹ ਵੀ ਨਾਮ ਇਸੇ ਦੀ ਹੈਗੇ ਨੇ, ਮਤਲਬ ਕਾਫੀ ਸਾਰੇ ਨਾਮਾਂ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ। ਅੰਡਰ ਕਟਿੰਗ ਆਫ ਬੈਂਕਸ ਵੀ ਕਹਿ ਦਿੱਤਾ ਜਾਂਦਾ ਹੈ, ਰਿਵਰ ਕਲਿਪਸ ਵੀ ਕਹਿ ਦਿੱਤਾ ਜਾਂਦਾ ਹੈ, ਸਿੰਗਲ ਸਲੋਪ ਵੀ ਕਹਿ ਦਿੱਤਾ ਜਾਂਦਾ, ਤੇ ਸਲਿਪ ਆਫ ਸਲੋਪ ਦੇ ਨਾਮ ਨਾਲ ਵੀ ਇਸ ਨੂੰ ਜਾਣ ਲਿਆ ਜਾਂਦਾ ਹੈ। ਨੈਕਸਟ ਹੈ ਜੀ ਚੌਥਾ, ਜਲੋੜ ਕੋਣ ਤੇ ਪੱਖੇ, ਅਲੂਵੀਅਲ ਕੋਨਸ ਔਰ ਫੈਨ। ਵੈਰੀ ਵੈਰੀ ਇੰਪੋਰਟੈਂਟ ਹੈ ਜੀ, ਇਹ ਤਾਂ ਬਹੁਤ ਜ਼ਿਆਦਾ ਈਜ਼ੀ ਵੀ ਹੈ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਹੈ। ਜਲੋੜ ਕੋਣ ਜਿਹੜੇ ਹੈ ਜਿਹਨੂੰ ਅਲੂਵੀਅਲ ਕੋਨ ਕਹਿੰਦੇ ਹੈਗੇ ਨੇਗੇ, ਸੋ ਇਹਨਾਂ ਦਾ ਨਿਰਮਾਣ ਕਿਵੇਂ ਹੁੰਦਾ ਹੈਗਾ ਗਾ। ਸੋ ਇਹਨਾਂ ਦੇ ਨਿਰਮਾਣ ਦੇ ਲਈ ਜਿਹੜੇ ਫੈਕਟਰ ਰਿਸਪੌਂਸੀਬਲ ਹੈਗੇ ਜੀ ਉਹਨਾਂ ਦੇ ਵਿੱਚ ਹੈ ਕਿ ਜਲੋੜ ਕੋਣ ਜਿਹੜਾ ਹੈ ਇਹ ਜਦੋਂ ਨਦੀ ਕਹਿੰਦੇ ਯੁਵਾ ਨਦੀ ਹੁੰਦੀ ਹੈ ਜਿਹੜੀ, ਠੀਕ ਹੈ, ਪਰਬਤੀ ਭਾਗਾਂ ਤੋਂ ਬਾਹਰ ਨਿਕਲਦੀ ਹੈਗੀ ਆ, ਜਦੋਂ ਪਰਬਤੀ ਭਾਗਾਂ ਤੋਂ ਬਾਹਰ ਨਿਕਲਦੀ ਹੈ ਜਾਂ ਕੋਈ ਨਦੀ ਮੁੱਖ ਘਾਟੀ ਦੇ ਪੱਧਰ ਦੇ ਤਲ ਦੇ ਵਿੱਚ ਪਹੁੰਚਦੀ ਹੈ, ਉਸ ਸਮੇਂ ਇਹਦਾ ਨਿਰਮਾਣ ਹੁੰਦਾ ਹੈ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਆ ਨਦੀ ਜਿਹੜੀ ਹੈ ਇੱਥੋਂ ਪਰਬਤੀ ਖੇਤਰ ਦੇ ਵਿੱਚੋਂ ਨਿਕਲੀ ਹੈਗੀ, ਠੀਕ ਹੈ, ਨਿਕਲ ਕੇ ਸਿੱਧਾ ਜਿਹੜਾ ਹੈ ਡਾਇਰੈਕਟ ਉਸਨੇ ਮਤਲਬ ਕਿ ਮੈਦਾਨੀ ਖੇਤਰ ਦੇ ਵਿੱਚ ਐਂਟਰੀ ਪਾਈ ਹੈਗੀ ਆ, ਤੇ ਉੱਥੇ ਫਿਰ ਉਹਨੇ ਨਦੀ ਦੇ ਦੁਆਰਾ ਜੋ ਕੁਝ ਮੈਟਰ ਲਿਆਂਦਾ ਹੁੰਦਾ ਇੱਕਦਮ ਜਿਹੜਾ ਜਮ੍ਹਾਂ ਕਰ ਦਿੱਤਾ ਹੁੰਦਾ ਹੈ, ਜੋ ਕਿ ਮਤਲਬ ਇਸ ਤਰੀਕੇ ਦੇ ਨਾਲ ਫੈਲ ਜਾਂਦਾ ਹੈ, ਇਸ ਤਰੀਕੇ ਦੇ ਨਾਲ ਫੈਲ ਜਾਂਦਾ ਹੈਗਾ ਕਿ ਡੈਪੋਜਿਟ ਕਰ ਦਿੰਦੇ ਸਾਰਾ ਮੈਟਰ। ਉਸੇ ਨੂੰ ਹੀ ਆਪਾਂ ਜਲੋੜ ਕੋਣ ਜਾਂ ਅਲੂਵੀਅਲ ਕੋਣ ਦੇ ਨਾਮ ਨਾਲ ਜਾਣਦੇ ਹੈਗੇ ਆਂਗੇ। ਓਕੇ, ਜਲੋੜ ਕੋਣ ਹੁੰਦਾ ਹੈ ਕਿ ਜਦੋਂ ਨਦੀ ਜਲ ਦੀ ਗਤੀ ਅਚਾਨਕ ਘਟਣ ਲੱਗਦੀ ਹੈ, ਕਿਉਂਕਿ ਪਹਾੜੀ ਖੇਤਰਾਂ ਦੇ ਵਿੱਚ ਤਾਂ ਸਪੀਡ ਨਾਲ ਆ ਰਿਹਾ ਹੈ ਤੇ ਇਸ ਕਰਕੇ ਉੱਥੇ ਮਤਲਬ ਮੈਟਰ ਰੁਕਣਾ ਜਾਂ ਮਲਬਾ ਰੁਕਣਾ ਮੁਸ਼ਕਿਲ ਹੈ, ਪਰ ਜਦੋਂ ਉਹਦੀ ਜਿਹੜੀ ਸਪੀਡ ਆ ਉਹ ਘਟ ਜਾਵੇਗੀ ਅਤੇ ਭਾਰ ਵੱਧ ਜਾਵੇਗਾ ਤਾਂ ਫਿਰ ਉਸ ਮਾਲ ਨੂੰ ਜਾਂ ਉਸ ਮਲਬੇ ਨੂੰ ਜਿਹੜਾ ਹੈ ਜਮ੍ਹਾਂ ਕਰਨਾ ਸ਼ੁਰੂ ਕਰ ਦੇਵੇਗੀ, ਤੇ ਉਹ ਅਕਸਰ ਜਦੋਂ ਪਹਾੜ ਤੋਂ ਬਾਹਰ ਨਿਕਲ ਕੇ ਮੈਦਾਨੀ ਖੇਤਰ ਦੇ ਵਿੱਚ ਐਂਟਰੀ ਕਰਦੀ ਹੈ ਤਾਂ ਉਹਨੂੰ ਸਪੀਡ ਨੂੰ ਝਟਕਾ ਲੱਗਦਾ ਹੈ, ਜਿਸ ਦੇ ਕਾਰਨ ਕਰਕੇ ਸਾਰਾ ਮਾਲ ਜਿਹੜਾ ਹੈ ਜਾਂ ਸਾਰਾ ਜਿਹੜਾ ਮਲਬਾ ਹੈ ਉਹ ਇਸ ਖੇਤਰ ਦੇ ਵਿੱਚ ਸੁੱਟ ਦਿੰਦੀ ਹੈ, ਜਿਸ ਦੇ ਨਾਲ ਜਲੋੜ ਕੋਣ ਜਿਹੜੇ ਆ ਉਹ ਕ੍ਰੀਏਟ ਹੋ ਜਾਂਦੇ ਹੈਗੇ ਆ। ਓਕੇ, ਇਸੇ ਤਰੀਕੇ ਦੇ ਨਾਲ ਹੀ ਇੱਕ ਜਲੋੜ ਪੱਖਾ ਹੈ ਜਿਹਨੂੰ ਅਲੂਵੀਅਲ ਫੈਨ ਕਹਿ ਦਿੰਦੇ ਹੈਗੇ ਆ। ਸੋ ਇਹ ਵੀ ਉਸੇ ਤਰ੍ਹਾਂ ਦਾ ਹੀ ਸਟਰਕਚਰ ਹੈ ਤੇ ਉਸੇ ਮੈਥਡ ਦੇ ਨਾਲ ਹੀ ਬਣਦਾ ਹੈ, ਬਟ ਇਹਦੇ ਵਿੱਚ ਚੀਜ਼ ਹੁੰਦਾ ਹੈਗਾ ਕਿ ਇਸ ਦੇ ਵਿੱਚ ਜਿਹੜਾ ਮਤਲਬ ਕਿ ਮੈਟਰ ਹੁੰਦਾ ਉਹ ਕੁਝ ਇਸ ਤਰੀਕੇ ਦੇ ਨਾਲ ਫੈਲ ਜਾਂਦਾ ਹੈਗਾ, ਇੱਕ ਪੱਖੇ ਦੀ ਜਿਹੜੀ ਸ਼ੇਪ ਹੈ ਉਹ ਲੈ ਲੈਂਦਾ ਹੈ, ਠੀਕ ਹੈ, ਮਤਲਬ ਇਸ ਤਰੀਕੇ ਦੇ ਨਾਲ ਸ਼ੇਪ ਬਣਾ ਲੈਂਦਾ ਹੈਗਾ, ਜਦੋਂ ਕਿ ਅੱਗੇ ਜਾ ਕੇ ਆਉਂਦਾ ਹੈ ਕਾਫੀ ਵੱਡੇ ਖੇਤਰ ਦੇ ਵਿੱਚ ਫੈਲ ਜਾਂਦਾ ਹੈਗਾ ਗਾ, ਔਰ ਸਰ ਦਾ ਸਾਰਾ ਮਲਬਾ ਉੱਥੇ ਜਿਹੜਾ ਜਮ੍ਹਾਂ ਕਰ ਦਿੰਦਾ ਹੈ ਉਸ ਨੂੰ ਆਪਾਂ ਜਲੋੜ ਪੱਖਾ ਕਹਿ ਦਿੰਦੇ ਹੈਗੇ ਆ। ਸੇਮ ਪ੍ਰਕਿਰਿਆ ਹੈਗੀ, ਕਿਉਂਕਿ ਜਦੋਂ ਨਦੀ ਅੱਗੇ ਸਲੋ ਹੋ ਜਾਂਦੀ ਹੈਗੀ ਤਾਂ ਉਹ ਫਿਰ ਵੱਡੇ ਖੇਤਰ ਦੇ ਵਿੱਚ ਇੱਕ ਪੱਖੇ ਦੇ ਰੂਪ ਦੇ ਵਿੱਚ ਇਸ ਨੂੰ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੀ ਹੈ। ਧਿਆਨ ਰੱਖਣਾ, ਜਲੋੜ ਕੋਣ ਜਦੋਂ ਪਹਾੜੀ ਖੇਤਰ ਤੋਂ ਨਦੀ ਮੈਦਾਨੀ ਖੇਤਰ ਦੇ ਵਿੱਚ ਐਂਟਰੀ ਕਰਦੀ ਹੈ ਉਸ ਸਮੇਂ ਬਣਦਾ ਹੈ। ਜਲੋੜ ਪੱਖਾ ਇਸ ਤੋਂ ਅੱਗੇ ਬਣਦਾ ਥੋੜ੍ਹਾ ਜਿਹਾ ਜਦੋਂ ਇਹੀ ਕੋਣ ਜਦੋਂ ਵੱਡੇ ਖੇਤਰ ਦੇ ਵਿੱਚ ਫੈਲ ਜਾਂਦਾ ਹੈ, ਠੀਕ ਹੈ। ਇੱਕ ਹੁੰਦਾ ਜਲੋੜ ਮੈਦਾਨ, ਜਦੋਂ ਇਹ ਸਾਰੇ ਖੇਤਰ ਜਿਹਦੇ ਜਲੋੜ ਕੋਣ ਜਲੋੜ ਪੱਖਾ ਜਿਹੜਾ ਹੈ ਇਹ ਇਕੱਠੇ ਹੋ ਜਾਂਦੇ ਆ, ਯਾਨੀ ਕਿ ਜਦੋਂ ਕਈ ਨਦੀਆਂ ਮਿਲ ਕੇ ਜਿਹੜਾ ਹੈਗਾ ਗਾ ਨੇੜੇ ਨੇੜੇ ਕਈ ਜਲੋੜ ਪੱਖਿਆਂ ਦਾ ਨਿਖੇਪ ਯਾਨੀ ਕਿ ਜਲੋੜ ਫੈਨ ਕ੍ਰੀਏਟ ਕਰ ਦਿੰਦੀ ਹੈਗੀ ਆ, ਤੇ ਇੱਕ ਪੱਟੀ ਦਾ ਨਿਰਮਾਣ ਹੁੰਦਾ ਹੈ। ਇਸ ਪੱਟੀ ਨੂੰ ਕਹਿ ਦਿੰਦੇ ਹੈਗੇ ਜੀ ਪੀਡਮਾਉਂਟ ਅਲੂਵੀਅਲ ਸੈਲ। ਇਹ ਮੈਚਿਓਰਿਟੀ ਦੇ ਏਜ ਦੇ ਵਿੱਚ ਜਦੋਂ ਨਦੀ ਹੁੰਦੀ ਆ ਉਸ ਸਮੇਂ ਇਹਨਾਂ ਮੈਦਾਨਾਂ ਨੂੰ ਬਣਾਇਆ ਜਾਂਦਾ ਹੈ, ਤੇ ਇਹਨਾਂ ਮੈਦਾਨਾਂ ਦੇ ਵਿੱਚ ਜਿਹੜਾ ਹੈ ਅਕਸਰ ਜਲੋੜੀ ਮਿੱਟੀ ਮਿਲਦੀ ਹੈਗੀ ਜਿਹੜੀ ਕਿ ਸਾਡੇ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਪਰ ਜਿਹੜਾ ਹੈ ਜ਼ਿਕਰਯੋਗ ਹੈ। ਗੰਗਾ ਦੇ ਮੈਦਾਨਾਂ ਦੁਆਰਾ, ਬ੍ਰਹਮਪੁੱਤਰ ਦੇ ਮੈਦਾਨਾਂ ਦੁਆਰਾ, ਠੀਕ ਹੈ, ਯਾਨੀ ਕਿ ਉੱਥੇ ਦੁਆਰਾ ਲਿਆਂਦੀ ਗਈ ਮਿੱਟੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਜਮ੍ਹਾਂ ਕਰ ਦਿੱਤੀ ਜਾਂਦੀ ਹੈ, ਜਿਸ ਦੇ ਨਾਲ ਮਤਲਬ ਵੱਡੇ ਵੱਡੇ ਖੇਤਰ ਜਿਹੜੇ ਹੈਗੇ ਮੈਦਾਨੀ ਆ ਜਾਂਦੇ ਹੈ ਜਿੱਥੇ ਐਗਰੀਕਲਚਰ ਬਹੁਤ ਬੈਸਟ ਹੁੰਦੀ ਹੈਗੀ ਆ। ਤਾਂ ਉਹਨਾਂ ਦੀ ਐਗਜ਼ਾਮਪਲ ਹੈ। ਸੋ ਇਹ ਵੀ ਜਿਹੜੇ ਹੈ ਜਲੋੜ ਪੱਖੇ ਤੇ ਕੋਣ ਜਿਹੜੇ ਹੈਗੇ ਨੇਗੇ ਮੈਚਿਓਰਿਟੀ ਦੀ ਏਜ ਦੇ ਵਿੱਚ ਹੀ ਬਣਦੇ ਹੈਗੇ ਆ। ਨੈਕਸਟ ਹੈ ਜੀ ਗੁੰਦਮੀ ਬ੍ਰੈਡਡ ਰਿਵਰ, ਗੁੰਦਵੀ ਨਦੀ ਜਾਂ ਫਿਰ ਬ੍ਰੈਡਡ ਰਿਵਰ। ਸੋ ਇਸ ਦੌਰਾਨ ਕੀ ਹੁੰਦਾ ਹੈ ਕਿ ਜਦੋਂ ਕੋਈ ਨਦੀ ਜਿਹੜੀ ਹੈ ਪਰਬਤੀ ਭਾਗ ਤੋਂ ਬਾਹਰ ਨਿਕਲਦੀ ਹੈਗੀ
ਤਾਂ ਉਸ ਦੀ ਜਿਹੜੀ ਗਤੀ ਹੈ, ਜਿਹੜੀ ਉਹਦੀ ਸਪੀਡ ਹੈ, ਉਹ ਸਲੋ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ। ਜਦੋਂ ਉਹ ਸਪੀਡ ਸਲੋ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਉਹ ਹੁਣ ਨਦੀ ਮੈਦਾਨੀ ਖੇਤਰ 'ਚ ਪਹੁੰਚ ਚੁੱਕੀ ਹੈ, ਕਿਉਂਕਿ ਪਹਾੜਾਂ ਦੀਆਂ ਢਲਾਣਾਂ ਤਾਂ ਸਪੀਡ ਨਾਲ ਆ ਰਹੀ ਸੀ, ਹੁਣ ਪੱਧਰਾ ਖੇਤਰ ਹੋ ਗਿਆ ਹੈ, ਜਿਸ ਦੇ ਕਾਰਨ ਕਰਕੇ ਉਹਦੀ ਸਪੀਡ ਸਲੋ ਹੋ ਚੁੱਕੀ ਹੈਗੀ ਆ। ਉਸ ਸਪੀਡ ਸਲੋ ਹੋਣ ਦਾ ਇੱਕ ਵੱਡਾ ਇਫੈਕਟ ਇਹ ਪੈਂਦਾ ਹੁੰਦਾ ਕਿ ਉਸ ਨਦੀ ਦੇ ਵਿੱਚ ਜੋ ਮਤਲਬ ਕਿ ਮੈਟਰ ਹੁੰਦਾ ਹੈ, ਠੀਕ ਹੈ, ਜਿਹਨੂੰ ਡਿਬਰਸ ਕਹਿ ਦਿੰਦੇ ਹੈਗੇ, ਉਹ ਡਿਬਰਸ ਜਿਹੜਾ ਹੈ, ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਮਲਬਾ ਜਿਹੜਾ ਹੈ ਕਹਿ ਦਿੰਦੇ ਹੈਗੇ, ਇਹ ਮਲਬਾ ਜਿਹੜਾ ਹੈਗਾ ਜਦੋਂ ਇਸ ਦੀ ਭਾਰ ਜ਼ਿਆਦਾ ਹੋ ਜਾਂਦਾ ਅਤੇ ਸਪੀਡ ਨਦੀ ਦੀ ਘੱਟ ਜਾਂਦੀ ਹੈਗੀ ਹੈ, ਤਾਂ ਫਿਰ ਇਹ ਮੈਦਾਨੀ ਖੇਤਰ ਦੇ ਵਿੱਚ ਕੁਝ ਖੇਤਰ ਦੇ ਵਿੱਚ ਜਿਹੜਾ ਹੈ ਉਸ ਮਲਬੇ ਨੂੰ ਜਿਹੜਾ ਹੈ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦਾ। ਜਿੱਥੇ ਜਿੱਥੇ ਉਸਨੂੰ ਲੱਗਦਾ ਹੈ ਕਿ ਮਤਲਬ ਉਹਦੀ ਸਪੀਡ ਘੱਟ ਚੁੱਕੀ ਹੈ, ਮਤਲਬ ਉਹ ਮਿੱਟੀ ਦਾ ਜੋ ਜਿਹੜੇ ਕਹਿ ਸਕਦੇ ਹੈਗੇ ਚਟਾਨਾਂ ਪੱਥਰ ਜਿਹੜੇ ਹੈਗੇ ਨੇ ਜੋ ਕੱਟ ਕੇ ਲੈ ਕੇ ਇਰੋਜਨ ਕਰਕੇ ਲੈ ਕੇ ਆ, ਉਹਨੂੰ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਹੈ। ਉਹ ਨਦੀ ਦੇ ਵਿਚਲੇ ਖੇਤਰ ਦੇ ਵਿੱਚ ਜਮ੍ਹਾਂ ਕਰਦੇ ਹੈਗੇ ਕਿ ਅਤੇ ਜਿੱਥੇ ਮਤਲਬ ਉਹ ਜਮ੍ਹਾਂ ਹੋਈ ਜਾਂਦਾ ਉੱਥੇ ਸਥਾਨ ਉੱਚਾ ਹੋਈ ਜਾਂਦਾ, ਜਿਸ ਦੇ ਕਾਰਨ ਕਰਕੇ ਉਹ ਨਦੀ ਦੇ ਰਸਤੇ ਦੇ ਵਿੱਚ ਜਾਂ ਮਾਰਗ ਦੇ ਵਿੱਚ ਇੱਕ ਰੁਕਾਵਟ ਬਣ ਜਾਂਦਾ ਹੈ। ਉਹ ਨਦੀ ਦੇ ਵਿੱਚ ਜਦੋਂ ਰੁਕਾਵਟ ਬਣਦਾ ਹੈ ਤਾਂ ਕੁਝ ਇਸ ਤਰੀਕੇ ਦਾ ਮਤਲਬ ਸਟਰਕਚਰ ਬਣ ਜਾਂਦਾ ਹੈਗਾ ਗਾ। ਵੈਸੇ ਮੈਂ ਪਿਕਚਰਸ ਵੀ ਐਡ ਕੀਤੀਆਂ ਨੇ, ਜਿਵੇਂ ਕਿ ਕੁਝ ਇੱਥੇ ਰਹਿ ਗਿਆ ਹੈ, ਕੁਝ ਇੱਥੇ ਰਹਿ ਗਿਆ ਹੈ, ਕੁਝ ਇੱਥੇ ਰਹਿ ਗਿਆ ਹੈ, ਅਤੇ ਫਿਰ ਹੁਣ ਇੱਥੋਂ ਦੀ ਪਾਣੀ ਕ੍ਰੋਸ ਨਹੀਂ ਕਰ ਸਕਦਾ, ਇਸ ਲਈ ਪਾਣੀ ਫਿਰ ਆਪਣਾ ਬਹਾਓ ਕੁਝ ਇਸ ਤਰੀਕੇ ਦੇ ਨਾਲ ਕਰਦਾ ਹੈ, ਠੀਕ ਹੈ, ਜਾਂ ਮਤਲਬ ਇਸ ਤਰੀਕੇ ਦੇ ਨਾਲ ਲਹਿਰਾਂ ਦੇ ਵਿੱਚ ਜਿਹੜਾ ਹੋ ਜਾਂਦਾ ਹੈ, ਜਿਵੇਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਜਮ੍ਹਾਂ ਹੈਗੀ ਹੈ ਅਤੇ ਆਸੇ-ਪਾਸੇ ਦੀ ਪਾਣੀ ਕ੍ਰੋਸ ਕਰ ਰਿਹਾ ਹੈਗਾ ਗਾ। ਤਾਂ ਇਸ ਤਰੀਕੇ ਦੇ ਨਾਲ ਜਦੋਂ ਇਹ ਸ਼ੇਪ ਬਣ ਜਾਂਦੀ ਹੈਗੀ ਹੈ, ਇਹਨੂੰ ਕਹਿੰਦੇ ਹੈਗੇ ਆ ਬ੍ਰੇਡਰ ਰਿਵਰ। ਇਹਨੂੰ ਇਸ ਕਰਕੇ ਕਹਿੰਦੇ ਆ ਕਿਉਂਕਿ ਇਹ ਦੂਰੋਂ ਦੇਖਣ ਤੋਂ ਸਾਨੂੰ ਇੱਦਾਂ ਲੱਗਦੀ ਹੈ ਜਿਵੇਂ ਕੋਈ ਰੱਸੀ ਜਿਹੜੀ ਹੈ ਉਹ ਵੱਟੀ ਜਾ ਰਹੀ ਹੈਗੀ ਆ, ਜਾਂ ਫਿਰ ਕਿਸੇ ਤੀਵੀਂ ਦੀ ਗੁੱਤ ਦੀ ਤਰ੍ਹਾਂ ਜਿਹੜਾ ਹੈ, ਕਿਸੇ ਵੀ ਫੀਮੇਲ ਦੀ ਜਿਹੜੀ ਹੈ ਗੁੱਤ ਦੀ ਤਰ੍ਹਾਂ ਇਹ ਸ਼ੋ ਹੁੰਦੀ ਹੈਗੀ ਆ। ਇਸੇ ਨੂੰ ਆਪਾਂ ਗੁੰਦਵੀ ਨਦੀ ਜਾਂ ਬ੍ਰੈਡਰ ਨਦੀ ਦੇ ਨਾਮ ਨਾਲ ਜਾਣਦੇ ਹੈਗੇ, ਜੋ ਕਿ ਨਦੀ ਦੀ ਮੈਚਿਓਰਿਟੀ ਦੀ ਏਜ ਦੇ ਵਿੱਚ ਜਿਹੜਾ ਹੈ ਕ੍ਰੀਏਟ ਹੁੰਦੀ ਹੈਗੀ ਆ। ਓਕੇ, ਸੋ ਇਹ ਕੁਝ ਫੀਚਰ ਸੀਗੇ ਜਿਹੜੇ ਕਿ ਆਪਣੇ ਕਹਿ ਸਕਦੇ ਹੈਗੇ ਪ੍ਰੌੜ ਅਵਸਥਾ ਦੇ ਵਿੱਚ ਨਦੀ ਦੁਆਰਾ ਬਣਾਈ ਜਾਂਦੀ ਹੈ। ਤੀਸਰੀ ਅਵਸਥਾ ਸੀਗੀ ਸਾਡੇ ਕੋਲੇ ਬ੍ਰਿਧ ਅਵਸਥਾ। ਸੋ ਇਹ ਉਹ ਸਟੇਜ ਹੈ ਜਦੋਂ ਨਦੀ ਪਹਾੜੀ ਖੇਤਰਾਂ 'ਚੋਂ ਕ੍ਰੋਸ ਕਰ ਚੁੱਕੀ ਆ, ਉਦੋਂ ਜੰਗ ਅਵਸਥਾ ਦੇ ਵਿੱਚ ਹੁੰਦੀ ਹੈ। ਜਦੋਂ ਪਹਾੜੀ ਖੇਤਰਾਂ ਨੂੰ ਕ੍ਰੋਸ ਕਰਕੇ ਅੱਗੇ ਮੈਦਾਨੀ ਖੇਤਰਾਂ 'ਚ ਆਉਂਦੀ ਹੈ, ਉਦੋਂ ਨੂੰ ਆਪਾਂ ਪ੍ਰੌੜ ਅਵਸਥਾ 'ਚ ਕਹਿੰਦੇ ਹਾਂ। ਅਤੇ ਜਦੋਂ ਇਹ ਨਦੀ ਅੱਗੇ ਆ ਕੇ ਜਿਹੜਾ ਸਮੁੰਦਰ ਦੇ ਨੇੜੇ ਜਾਂ ਝੀਲ ਦੇ ਨਜ਼ਦੀਕ ਪਹੁੰਚ ਚੁੱਕੀ ਹੁੰਦੀ ਹੈਗੀ ਆ, ਯਾਨੀ ਕਿ ਜਦੋਂ ਇਹਦਾ ਏਰੀਆ ਬਹੁਤ ਜ਼ਿਆਦਾ ਵਾਸਟ ਹੋ ਚੁੱਕਿਆ ਹੁੰਦਾ ਹੈਗਾ ਗਾ ਅਤੇ ਸਪੀਡ ਬਹੁਤ ਜ਼ਿਆਦਾ ਸਲੋ ਹੋ ਚੁੱਕੀ ਹੁੰਦੀ ਆ, ਉਸ ਸਮੇਂ ਇਹਦੀ ਅਵਸਥਾ ਨੂੰ ਅਸੀਂ ਓਲਡ ਏਜ ਕਹਿੰਦੇ ਹਾਂ, ਯਾਨੀ ਕਿ ਹੁਣ ਇਹ ਖਤਮ ਹੋਣ ਦੀ ਕਗਾਰ ਦੇ ਉੱਪਰ ਹੁੰਦੀ ਹੈਗੀ ਆ, ਜਾਂ ਆਪਣਾ ਪਾਣੀ ਜਿਹੜਾ ਸੁੱਟਣ ਦੀ ਕਗਾਰ ਦੇ ਉੱਪਰ ਹੁੰਦੀ ਹੈ। ਸੋ ਬਿਰਧ ਅਵਸਥਾ ਦੇ ਵਿੱਚ ਸਭ ਤੋਂ ਮਤਲਬ ਪ੍ਰਭਾਵ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਇਹ ਹੜ੍ਹਾਂ ਦੇ ਮੈਦਾਨ ਨੂੰ ਚੌੜਾ ਕਰਨ ਲੱਗਦੀ ਹੈ। ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਹੜ੍ਹਾਂ ਦੇ ਮੈਦਾਨ ਬਣੇ ਸੀਗੇ, ਹੁਣ ਇਹ ਹੋਰ ਵੀ ਜ਼ਿਆਦਾ ਚੌੜੇ ਹੋ ਜਾਣਗੇ, ਕਿਉਂਕਿ ਹੁਣ ਇਸ ਨੂੰ ਅੱਗੇ ਮਤਲਬ ਰੋਕਾਂ ਮਿਲਣਗੀਆਂ ਅਤੇ ਇਹ ਸਪੀਡ ਜਿਹੜੀ ਇਹਦੀ ਸਲੋ ਹੋ ਚੁੱਕੀ ਹੈਗੀ ਅਤੇ ਜਿਹੜਾ ਵੀ ਮਤਲਬ ਇਹਦੇ ਵਿੱਚ ਮੈਟਰ ਹੈ, ਮਲਬਾ ਹੈ, ਓਕੇ, ਉਹ ਹੁਣ ਸਾਰਾ ਜਮ੍ਹਾਂ ਹੋਣਾ ਸ਼ੁਰੂ ਹੋ ਜਾਊਗਾ, ਕਿਉਂਕਿ ਹੁਣ ਇਸ ਤੋਂ ਅੱਗੇ ਜਿਹੜਾ ਇਹ ਉਸ ਮੈਟਰ ਨੂੰ ਲੈ ਕੇ ਨਹੀਂ ਜਾ ਸਕਦੀ। ਸਪੀਡ ਬਹੁਤ ਜ਼ਿਆਦਾ ਸਲੋ ਹੋ ਚੁੱਕੀ ਹੈਗੀ ਅਤੇ ਖੇਤਰ ਬਹੁਤ ਵਾਸਟ ਹੋ ਚੁੱਕਿਆ ਹੈਗਾ। ਅੱਗੋਂ ਪਾਣੀ ਹੈ, ਜਿਸ ਦੇ ਕਾਰਨ ਕਰਕੇ ਰੁਕਾਵਟਾਂ ਪੈਦਾ ਹੋ ਰਹੀਆਂ ਨੇਗੀਆਂ, ਅਤੇ ਜਿਸ ਕਾਰਨ ਕਰਕੇ ਲੈਟਰਲ ਇਰੋਜਨ ਜਿਹੜਾ ਹੈ ਉਹ ਰਹਿੰਦਾ ਤਾਂ ਕੰਟੀਨਿਊ ਹੈ, ਬਟ ਸਾਈਡਾਂ ਦੇ ਉੱਪਰ ਹੀ ਰਹਿੰਦਾ ਹੈਗਾ ਗਾ, ਓਕੇ, ਜੋ ਆਪਾਂ ਪ੍ਰੌੜ ਅਵਸਥਾ ਦੇ ਵਿੱਚ ਕੀਤਾ ਹੈ, ਜਿਸ ਦੇ ਨਾਲ ਕਿ ਇਸ ਦੇ ਮੈਦਾਨੀ ਖੇਤਰ ਦਾ ਜਾਂ ਇਸ ਦਾ ਜਿਹੜਾ ਏਰੀਆ ਹੈ ਉਹ ਚੌੜਾ ਹੁੰਦਾ ਜਾਂਦਾ ਹੈ। ਇਸੇ ਸਟੇਜ ਨੂੰ ਆਪਾਂ ਕਹਿੰਦੇ ਹਾਂ ਬ੍ਰਿਧ ਅਵਸਥਾ ਜਾਂ ਓਲਡ ਏਜ। ਇਸ ਦੇ ਦੁਆਰਾ ਬਣਾਈਆਂ ਜਾਂਦੀਆਂ ਲੈਂਡਫਾਰਮ ਜਾਂ ਥਲ ਆਕ੍ਰਿਤੀਆਂ। ਸੋ ਪਹਿਲਾਂ ਹੈ ਜੀ ਚੌੜੇ ਹੜ੍ਹਾਂ ਦੇ ਮੈਦਾਨ। ਪਹਿਲਾਂ ਵਾਲੇ ਦੇ ਵਿੱਚ ਆਪਾਂ ਵੀ ਗੱਲ ਕੀਤੀ ਹੜ੍ਹਾਂ ਦੇ ਮੈਦਾਨ, ਇਹ 'ਚ ਵੀ ਕੀਤੀ ਹੈ। ਹੁਣ ਦੋਨਾਂ ਦੇ ਵਿੱਚ ਡਿਫਰੈਂਸ ਹੈ। ਜਦੋਂ ਤੁਹਾਨੂੰ ਨਾਰਮਲ ਪੁੱਛਿਆ ਕਿ ਫਲੱਡ ਪਲੇਨ ਕਿਹਦੇ ਦੁਆਰਾ ਬਣਾਏ ਜਾਂਦੇ, ਤਾਂ ਪ੍ਰੌੜ ਅਵਸਥਾ ਦੇ ਦੁਆਰਾ, ਅਤੇ ਜਦੋਂ ਤੁਹਾਨੂੰ ਬ੍ਰੌਡ ਫਲੱਡ ਪਲੇਨ ਪੁੱਛਿਆ ਜਾਂਦਾ ਹੈ, ਉਦੋਂ ਤੁਸੀਂ ਲਗਾਉਣਾ ਹੈ ਜਿਹੜਾ ਹੈ ਬ੍ਰਿਧ ਅਵਸਥਾ। ਅੱਛਾ, ਇੱਥੇ ਇੱਕ ਸਿੰਪਲ ਸਵਾਲ ਵੀ ਆ ਸਕਦਾ ਤੁਹਾਨੂੰ ਕਿ ਜਿਹੜੇ ਹੜ੍ਹਾਂ ਦੇ ਮੈਦਾਨ ਨੇ ਇਹ ਕਿਹੜੇ ਚੀਜ਼ ਦੇ ਨਾਲ ਬਣਦੇ ਆ, ਠੀਕ ਹੈ, ਤਾਂ ਇਸ ਤੋਂ ਸਿੰਪਲ ਜਿਹਾ ਤੁਸੀਂ ਲਗਾਉਣਾ ਹੈ ਕਿ ਪਾਣੀ ਦੇ ਨਾਲ, ਜੋ ਵੀ ਆਪਸ਼ਨ ਆਊਗਾ, ਜਾਂ ਨਦੀ ਦੇ ਦੁਆਰਾ, ਠੀਕ ਹੈ, ਕਿਉਂਕਿ ਇਹ ਨਦੀ ਦੇ ਦੁਆਰਾ ਬਣਾਇਆ ਜਾਣ ਵਾਲਾ ਇੱਕ ਲੈਂਡਫਾਰਮ ਹੈ। ਤਾਂ ਮਤਲਬ ਇਸ ਨੂੰ ਯਾਦ ਕਰਨ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ, ਸੋ ਇਸ ਦੇ ਵਿੱਚ ਸਪੈਸ਼ਲੀ ਨਦੀ ਹੀ ਜਿਹੜੀ ਮੁੱਖ ਭੂਮਿਕਾ ਨਿਭਾਉਂਦੀ ਹੈ ਜਦੋਂ ਵੀ ਫਲੱਡ ਪਲੇਨ ਦੀ ਜਿਹੜੀ ਗੱਲ ਆਉਂਦੀ ਹੈਗੀ ਹੈ। ਓਕੇ, ਤਾਂ ਇਹਦੇ ਵਿੱਚ ਕੀ ਹੁੰਦਾ ਕਿ ਉਹੀ ਪ੍ਰਕਿਰਿਆ ਸੇਮ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈਗੀ, ਠੀਕ ਹੈ, ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਸ ਖੇਤਰ ਦੇ ਵਿੱਚ ਆ ਕੇ ਕੀ ਹੁੰਦਾ ਕਿ ਜਿਹੜੀ ਨਦੀ ਹੈ ਉਹ ਬਹੁਤ ਦੂਰ ਤੱਕ ਜਿਹੜਾ ਹੈਗਾ ਗਾ ਆਪਣਾ ਮਲਬਾ ਹੈ, ਜਿਹੜੀ ਕਿ ਦੂਰ ਤੱਕ ਜਾ ਕੇ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਉਹਦਾ ਖੇਤਰ ਹੁਣ ਬਹੁਤ ਜ਼ਿਆਦਾ ਵਾਸਟ ਹੋ ਚੁੱਕਿਆ ਹੈ। ਕੁਝ ਤਾਂ ਉਹਦੀਆਂ ਮਤਲਬ ਸਹਾਇਕ ਨਦੀਆਂ ਦੇ ਵਿੱਚ ਨਿਕਲ ਜਾਂਦਾ ਹੈ, ਅਤੇ ਕੁਝ ਉਸ ਦੇ ਦੁਆਰਾ ਲਿਆਂਦਾ ਹੋਇਆ ਮੈਟਰ ਜਿਹੜਾ ਹੋਇਆ ਹੋਰ ਵੱਖਰੇ ਖੇਤਰਾਂ ਦੇ ਵਿੱਚ ਜਮ੍ਹਾਂ ਕਰਨਾ ਸ਼ੁਰੂ ਹੋ ਜਾਂਦਾ ਹੈ। ਖਾਸ ਤੌਰ ਦੇ ਵਿੱਚ ਇਹ ਹੜ੍ਹਾਂ ਦੇ ਦੌਰਾਨ ਹੀ ਵਾਪਰਦਾ ਹੈ। ਨਾਰਮਲੀ ਤਾਂ ਚੱਲਦਾ ਹੀ ਰਹਿੰਦਾ ਹੈ ਕਿਉਂਕਿ ਮੈਟਰ ਆਉਂਦਾ ਹੀ ਰਹਿੰਦਾ, ਬਟ ਜ਼ਿਆਦਾਤਰ ਹੜ੍ਹਾਂ ਦੇ ਦੌਰਾਨ ਸਾਨੂੰ ਇਹ ਦੂਰ ਤੱਕ ਜਿਹੜਾ ਇਹ ਪਹੁੰਚ ਜਾਂਦਾ ਹੈ। ਜਿਵੇਂ ਕਿ ਲਾਸਟ ਹੀ ਪੰਜਾਬ ਦੇ ਵਿੱਚ ਆਇਆ ਸੀ, ਤਾਂ ਉਸ ਦੌਰਾਨ ਵੀ ਕਾਫੀ ਮਤਲਬ ਮਿੱਟੀ ਜਿਹੜੀ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਪਹੁੰਚੀ ਹੈ, ਜਿਸ ਦੇ ਨਾਲ ਜਲੋੜ ਮਿੱਟੀ ਦੀ ਪਰਤ ਸਾਡੇ ਉਹਨਾਂ ਖੇਤਰਾਂ ਦੇ ਵਿੱਚ ਚੜ੍ਹ ਚੁੱਕੀ ਹੈਗੀ, ਜਿਸ ਦੇ ਨਾਲ ਕੀ ਹੈਗਾ ਗਾ ਪੰਜਾਬ ਦੇ ਜਿਹੜੇ ਮੈਦਾਨਾਂ ਦੀ
ਸ਼ਕਤੀ ਹੈਗੀ ਉਪਜਾਊ ਸ਼ਕਤੀ ਹੈ ਉਹ ਜ਼ਿਆਦਾ ਗਰੋਥ ਕਰ ਚੁੱਕੀ ਹੈਗੀ ਓਕੇ। ਹਾਲਾਂਕਿ ਨੁਕਸਾਨ ਵੀ ਕਾਫੀ ਹੋਇਆ ਬਟ ਉਹਦੇ ਨਾਲ ਹੀ ਇੱਕ ਫਾਇਦਾ ਵੀ ਹੁੰਦਾ ਹੈ ਕਿ ਸਾਡੀ ਜਿਹੜੀ ਮਿੱਟੀ ਹੈ ਉਹਦੀ ਉਪਜਾਊ ਸ਼ਕਤੀ ਦੁਬਾਰਾ ਤੋਂ ਆ ਜਾਂਦੀ ਹੈ, ਕਿਉਂਕਿ ਇਹ ਜਿਹੜੀ ਨਦੀ ਹੁੰਦੀ ਆ ਆਪਣੇ ਨਾਲ ਲਿਆਂਦੇ ਹੋਏ ਸਾਰੇ ਮੈਟਰ ਨੂੰ ਜਿਹੜੇ ਵੀ ਉਸਦੇ ਵਿੱਚ ਮਿਨਰਲਸ ਨੇ ਉਹਨਾਂ ਨੂੰ ਜਮ੍ਹਾਂ ਕਰ ਦਿੰਦੀ ਹੈਗੀ ਅਤੇ ਉਹ ਵਾਰੀ ਜਦੋਂ ਇਸ ਤਰੀਕੇ ਦੇ ਨਾਲ ਪ੍ਰਕਿਰਿਆ ਹੁੰਦੀ ਰਹਿੰਦੀ ਹੈਗੀ ਤਾਂ ਮੋਟੀ ਪਰਤ ਉੱਥੇ ਜੰਮ ਜਾਂਦੀ ਹੈ ਜਿਹੜੀ ਕਿ ਜਲੋੜ ਮਿੱਟੀ ਦੇ ਰੂਪ ਦੇ ਵਿੱਚ ਹੁੰਦੀ ਹੈਗੀ ਹੈ, ਜਿਹੜੀ ਕਿ ਜਲੋੜ ਮਿੱਟੀ ਦੇ ਰੂਪ ਦੇ ਵਿੱਚ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ। ਖਾਸ ਤੌਰ 'ਤੇ ਸਾਡੇ ਭਾਰਤ ਦੇ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਓਕੇ। ਨੈਕਸਟ ਹੈ ਜੀ ਸੱਪਦਾਰ ਮੋੜ ਤੇ ਧਨੁੱਖਕਾਰੀ ਝੀਲਾਂ, ਮੈਂਡਰਸ ਅਤੇ ਆਕਸਬੋਕ ਲੇਕਸ। ਇਹ ਵੀ ਬਹੁਤ ਜ਼ਿਆਦਾ ਆਉਂਦੇ ਆ। ਮੈਂਡਰਸ ਕਿਸੇ ਦੁਆਰਾ ਬਣਦੀ ਆ, ਆਕਸਬੋਕ ਲੇਕ ਕਿੱਥੇ ਬਣਦੀ ਹੈ ਜੀ, ਕਿਸ ਦੇ ਦੁਆਰਾ ਬਣਦੀ ਹੈ, ਸੋ ਇਸ ਤਰੀਕੇ ਦਾ ਹੀ ਹੈ ਓਕੇ। ਇਸ ਤੋਂ ਪਹਿਲਾਂ ਆਪਾਂ ਇਹ ਚੀਜ਼ ਡਿਸਕਸ ਕੀਤੀ ਸੀਗੀ ਕਿ ਜਦੋਂ ਨਦੀ ਨੂੰ ਕਿਤੇ ਕੋਈ ਮਤਲਬ ਮੋੜ ਪੈ ਜਾਂਦਾ ਹੈ ਤਾਂ ਜਾਂ ਕੋਈ ਰੁਕਾਵਟ ਬਣ ਜਾਂਦੀ ਹੈ ਤਾਂ ਨਦੀ ਜਿਹੜੀ ਸਟਰੇਟ ਜਾ ਰਹੀ ਹੁੰਦੀ ਹੈਗੀ ਉਸ ਦੇ ਵਿੱਚ ਕੁਝ ਇਸ ਤਰੀਕੇ ਦਾ ਮੋੜ ਦੇਖਣ ਨੂੰ ਮਿਲਦਾ ਹੈ, ਕਿਉਂਕਿ ਆਹ ਜਿਹੜੀ ਚੀਜ਼ ਸੀਗੀ ਇਹ ਆਪਾਂ ਹਾਰਡ ਲੈਂਡ ਦੀ ਗੱਲ ਕੀਤੀ ਸੀਗੀ ਜਾਂ ਹਾਰਡ ਰੌਕਸ ਦੀ ਗੱਲ ਕੀਤੀ ਸੀਗੀ। ਇਸ ਨੂੰ ਹੀ ਕੱਟ ਨਹੀਂ ਕਰ ਪਾਈ ਸੀ, ਇਸ ਕਰਕੇ ਇਸ ਨੂੰ ਹੀ ਕ੍ਰਾਸ ਕਰਕੇ ਦੂਸਰੇ ਤਰੀਕੇ ਨਾਲ ਚਲੀ ਗਈ ਸੀ। ਫਿਰ ਅੱਗੇ ਸੌਫਟ ਸੀ ਉਹਨੂੰ ਖੁਰਚ ਲਿਆ ਇਸ ਨੇ, ਫਿਰ ਇਸ ਤੋਂ ਬਾਅਦ ਫਿਰ ਅੱਗੇ ਉਸੇ ਤਰ੍ਹਾਂ ਦੀ ਸਟਰਕਚਰ ਆ ਗਿਆ, ਹਾਰਡ ਲੈਂਡ ਆ ਗਈ, ਫਿਰ ਉਸ ਨੂੰ ਨਹੀਂ ਕ੍ਰਾਸ ਕਰ ਪਾਈ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਬਈ ਇਹ ਸਰਕਲ ਚੱਲਦਾ ਰਹਿੰਦਾ ਅਤੇ ਕਾਫੀ ਦੂਰ ਤੱਕ ਮਤਲਬ ਇਹ ਫੈਲ ਜਾਂਦੀ ਹੈ, ਜਾਣੀ ਕਿ ਇਹ ਸੱਪ ਵਰਗੀ ਸ਼ੇਪ ਦੇ ਵਿੱਚ ਜਿਵੇਂ ਕਿ ਸੱਪ ਹੁੰਦਾ ਉਸ ਤਰੀਕੇ ਦੇ ਨਾਲ ਸ਼ੁਰੂ ਹੋ ਜਾਂਦੀ ਹੈਗੀ ਆ ਓਕੇ। ਇਹ 'ਚ ਮੁੱਖ ਤੌਰ ਦੇ ਉੱਪਰ ਕੀ ਹੁੰਦਾ ਹੈ ਕਿ ਨਦੀ ਜਦੋਂ ਆਪਣੇ ਮਾਰਗ ਰਾਹੀਂ ਚੱਲ ਰਹੀ ਹੁੰਦੀ ਹੈ ਤਾਂ ਜਦੋਂ ਕਿਤੇ ਉਹ ਮੈਦਾਨੀ ਖੇਤਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਉਸ ਸਥਿਤੀ ਦੇ ਵਿੱਚ ਉਸ ਨੂੰ ਕਾਫੀ ਸਾਰੀਆਂ ਰੁਕਾਵਟਾਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਦੋਂ ਉਹਨਾਂ ਰੁਕਾਵਟਾਂ ਨੂੰ ਉਹ ਪਾਰ ਕਰਨਾ ਚਾਹੁੰਦੀ ਹੈਗੀ ਹੈ ਤਾਂ ਫਿਰ ਉਹਦੀ ਸਾਈਡ ਦੇ ਉੱਪਰ ਦੀ ਹੋ ਕੇ ਨਿਕਲ ਜਾਂਦੀ, ਕਿਉਂਕਿ ਉਸ ਰੌਕ ਨੂੰ ਤਾਂ ਜਾਂ ਉਸ ਮਿੱਟੀ ਨੂੰ ਤਾਂ ਖੁਰਚ ਨਹੀਂ ਪਾਈ ਸੀ, ਪਰ ਜਿਹੜੀ ਸੌਫਟ ਸੀਗੀ ਉਹਨੂੰ ਖੁਰਚ ਕੇ ਉਹਨੇ ਆਪਣਾ ਰਸਤਾ ਜਿਹੜਾ ਉਹ ਬਣਾ ਲਿੱਤਾ, ਜਿਹਦੇ ਕਾਰਨ ਕਰਕੇ ਉਹਦੀ ਜਿਹੜੀ ਸ਼ੇਪ ਹੈ ਕੁਝ ਮਤਲਬ ਕਿ ਗੁਲਾਈ ਜੀ ਵਾਲੇ ਹੋ ਜਾਂਦੇ ਹੈਗੇ, ਗੋਲ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹੈਗੇ ਅੱਗੇ। ਅਤੇ ਕਈ ਵਾਰ ਤਾਂ ਸਾਨੂੰ ਮਤਲਬ ਇਸ ਲੇਕ ਦੇ ਵਿੱਚੋਂ ਕੁਝ ਵੱਖਰੇ ਦੇਖਣ ਨੂੰ ਮਿਲਦਾ ਹੈ, ਨਦੀ ਦੇ ਵਿੱਚੋਂ ਕਿ ਉਹ ਜਿਹੜੇ ਗੁਲਾਈ ਵਾਲਾ ਖੇਤਰ ਹੈ ਉਹ ਵੱਖਰੇ ਹੋ ਜਾਂਦਾ ਨਦੀ ਦੇ ਨਾਲੋਂ, ਠੀਕ ਹੈ, ਮੋੜ ਦੇ ਨਾਲੋਂ ਵੱਖਰੇ ਹੋ ਜਾਂਦਾ ਹੈਗਾ। ਅਤੇ ਜਦੋਂ ਕਿਤੇ ਅਜਿਹਾ ਹੋ ਜਾਂਦਾ ਹੈ ਕਿ ਹੜ੍ਹਾਂ ਦਾ ਪਾਣੀ ਜਦੋਂ ਮਤਲਬ ਕਿਸੇ ਖੇਤਰ ਦੇ ਵਿੱਚ ਪਹੁੰਚ ਜਾਂਦਾ ਹੈਗਾ ਇਸੇ ਨਦੀ ਦੇ ਥਰੂ, ਤਾਂ ਉਸ ਸਮੇਂ ਜਦੋਂ ਉਹ ਹੜ੍ਹਾਂ ਦਾ ਪਾਣੀ ਸੁੱਕ ਜਾਵੇਗਾ ਜਾਂ ਮਤਲਬ ਉਸ ਦਾ ਪਾਣੀ ਘਟ ਜਾਵੇਗਾ ਤਾਂ ਉਸ ਸਥਿਤੀ ਦੇ ਵਿੱਚ ਉਹ ਜਿਹੜਾ ਸਾਨੂੰ ਗੋਲ ਖੇਤਰ ਦਿਖਾਈ ਦੇ ਰਿਹਾ ਸੀ ਜੋ ਨਦੀ ਦੇ ਨਾਲ ਜੁੜਿਆ ਹੋਇਆ ਸੀਗਾ, ਹੁਣ ਉਹ ਵੱਖਰਾ ਹੋ ਜਾਊਗਾ, ਠੀਕ ਹੈ, ਵੱਖਰਾ ਸ਼ੋਅ ਹੋ ਜਾਵੇਗਾ। ਅਤੇ ਜਦੋਂ ਕਿਤੇ ਉਹ ਵੱਖਰਾ ਸ਼ੋਅ ਹੋਣ ਲੱਗ ਜਾਂਦਾ ਤਾਂ ਉਹਦੀ ਜਿਹੜੀ ਸ਼ੇਪ ਆ ਸਾਨੂੰ ਆਕਾਸ਼ ਦੇ ਵਿੱਚੋਂ ਕੁਝ ਇਸ ਤਰੀਕੇ ਦਿਖਾਈ ਦਿੰਦੀ ਹੈ ਕਿ ਉਹ ਧਨੁੱਖਕਾਰੀ ਝੀਲ, ਜਿਹਨੂੰ ਕਿ ਆਕਸਬੋਕ ਲੇਕ ਕਹਿ ਦਿੰਦੇ ਆ, ਉਸ ਟਾਈਪ ਦਾ ਜਿਹੜਾ ਹੈ ਬਣਨਾ ਸ਼ੁਰੂ ਹੋ ਜਾਂਦੀ ਹੈਗੀ। ਇਹਨੂੰ ਕਈ ਵਾਰ ਘੋੜੇ ਦੀ ਨਾਲ ਜਾਂ ਹਾਰਸ ਸ਼ੂ ਦੇ ਨਾਮ ਨਾਲ ਵੀ ਜਾਣਦੇ ਹੈਗੇ ਓਕੇ। ਅਤੇ ਕਈ ਵਾਰ ਕੀ ਹੁੰਦਾ ਹੈਗਾ ਕਿ ਇਹ ਬਿਲਕੁਲ ਹੀ ਕੱਟੀ ਜਾਂਦੀ ਹੈ, ਜਿਵੇਂ ਇਸ ਤਰੀਕੇ ਦੇ ਨਾਲ ਜਾ ਰਹੀ ਹੈ ਨਦੀ, ਠੀਕ ਹੈ, ਅਤੇ ਉਹਦਾ ਆਹ ਖੇਤਰ ਜਿਹੜਾ ਵੱਖਰਾ ਹੀ ਹੋ ਗਿਆ ਹੈ ਅਤੇ ਨਦੀ ਨੇ ਆਪਣਾ ਰਸਤਾ ਹੋਰ ਬਣਾ ਲਿਆ ਹੈ, ਬਟ ਇਹ ਅਲੱਗ ਤੋਂ ਸਾਈਡ 'ਤੇ ਹੋ ਗਿਆ ਹੈ। ਇਸ ਮਾਰਗ ਨੂੰ ਜਾਂ ਇਸ ਕੱਟੇ ਹੋਏ ਮਾਰਗ ਨੂੰ ਆਪਾਂ ਕੱਟੀ ਹੋਈ ਲੇਕ ਜਾਂ ਕੱਟ ਆਫ ਲੇਕਸ ਕਹਿ ਦਿੰਦੇ ਹੈਗੇ ਓਕੇ। ਮੈਂਡਰ ਅਤੇ ਆਕਸਬੋਕ ਲੇਕ ਕੀ ਹੈ, ਮੈਂਡਰਸ ਜਿਹੜਾ ਹੈ ਸੱਪਦਾਰ ਮੋੜ, ਜਿਹੜਾ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਮੋੜਦਾਰ ਜਿਹੜੀ ਇੱਕ ਸਥਿਤੀ ਹੁੰਦੀ ਹੈਗੀ ਹੈ, ਅਤੇ ਆਕਸਬੋਕ ਲੇਕ ਜਿਹੜੀ ਹੈ ਇਹ ਮੋੜਦਾਰ ਜਿਹੜਾ ਫਿਨੋਮਾ ਹੈ, ਫੀਚਰ ਹੈ, ਲੈਂਡਫਾਰਮ ਹੈ, ਉਸੇ ਦਾ ਹੀ ਇੱਕ ਹਿੱਸਾ ਰਹਿੰਦੀ ਹੈਗੀ ਹੈ। ਡਾਇਗਰਾਮ ਦੇ ਥਰੂ ਥੋੜ੍ਹਾ ਜਿਹਾ ਤੁਸੀਂ ਹੋਰ ਵਧੀਆ ਸਮਝ ਲਵੋਗੇ ਕਿ ਜਿਵੇਂ ਕਿ ਨਦੀ ਚੱਲ ਰਹੀ ਸੀਗੀ, ਇਸ ਨੇ ਮਤਲਬ ਹਾਰਡ ਰੌਕ ਅਤੇ ਸੌਫਟ ਰੌਕ ਦੇ ਥਰੂ ਮਤਲਬ ਇਸ ਤਰੀਕੇ ਨਾਲ ਆਪਣੇ ਆਪ ਨੂੰ ਬਣਾਇਆ ਰਸਤਾ, ਠੀਕ ਹੈ। ਫਿਰ ਇਹਨਾਂ ਦੇ ਵਿੱਚ ਕੀ ਹੋਇਆ ਕਿ ਹੜ੍ਹ ਆ ਗਏ, ਅਤੇ ਜਦੋਂ ਹੜ੍ਹ ਆ ਗਏ ਤਾਂ ਇਸ ਦੇ ਨਾਲ ਕੀ ਹੋਇਆ, ਸਾਰਾ ਖੇਤਰ ਪਾਣੀ ਦੇ ਨਾਲ ਫਿਲ ਹੋ ਗਿਆ, ਮਤਲਬ ਸਾਰੇ ਦਾ ਸਾਰੇ ਖੇਤਰ ਦੇ ਵਿੱਚ ਪਾਣੀ ਆ ਗਿਆ। ਜਦੋਂ ਪਾਣੀ ਆ ਗਿਆ ਤਾਂ ਕੀ ਹੋਇਆ, ਖੇਤਰ ਨਵਾਂ ਬਣਿਆ ਸੀਗਾ, ਠੀਕ ਹੈ, ਜਿਸ ਦੇ ਕਾਰਨ ਕਰਕੇ ਇਹਦਾ ਆਹ ਵਾਲਾ ਖੇਤਰ ਜਿਹੜਾ ਹੈ ਉਹ ਮਿੱਟੀ ਦੇ ਨਾਲ ਭਰ ਗਿਆ, ਇੱਧਰੋਂ ਵੀ ਮਿੱਟੀ ਦੇ ਨਾਲ ਭਰ ਗਿਆ ਅਤੇ ਇੱਧਰੋਂ ਮਿੱਟੀ ਨਾਲ ਭਰ ਗਿਆ, ਜਿਸ ਦੇ ਨਾਲ ਕੀ ਹੋਇਆ ਕਿ ਨਦੀ ਦਾ ਜਿਹੜਾ ਰਸਤਾ ਸੀਗਾ ਉਹ ਹੁਣ ਇਸ ਦੇ ਨਾਲੋਂ ਟੁੱਟ ਗਿਆ ਹੈ, ਇਹ ਵੱਖ ਹੋ ਗਈ ਇਸ ਦੇ ਨਾਲੋਂ, ਠੀਕ ਹੈ, ਇਹ ਇਸ ਦੇ ਨਾਲੋਂ ਵੱਖ ਹੋ ਗਈ ਹੈਗੀ ਅਤੇ ਨਦੀ ਨੇ ਆਪਣਾ ਹੋਰ ਰਸਤਾ ਬਣਾ ਕੇ ਉਸੇ ਤਰੀਕੇ ਦੇ ਨਾਲ ਵਹਿੰਦੀ ਰਹੀ, ਮਤਲਬ ਉਹਨੇ ਇੱਕ ਚੀਜ਼ ਇਸ ਤੋਂ ਵੱਖ ਕਰ ਦਿੱਤੀ। ਅਤੇ ਇਹ ਵੱਖ ਕੀਤੀ ਜਿਹੜੀ ਚੀਜ਼ ਹੁੰਦੀ ਹੈਗੀ ਇਸੇ ਨੂੰ ਹੀ ਕਹਿੰਦੇ ਹੈਗੇ ਆਕਸਬੋਕ ਲੇਕ। ਆਕਸਬੋਕ ਲੇਕ ਇਸ ਨੂੰ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਦੀ ਜਿਹੜੀ ਸ਼ਕਲ ਹੈ ਉਹ ਘੋੜੇ ਦੇ ਪੈਰ ਵਰਗੀ, ਯਾਨੀ ਕਿ ਕਹਿ ਸਕਦੇ ਖੁਰ ਵਰਗੀ ਦਿਖਾਈ ਦਿੰਦੀ ਹੈਗੀ ਕਿ ਇਸੇ ਕਰਕੇ ਇਹਨੂੰ ਆਕਸਬੋਕ ਲੇਕ ਜਿਹੜਾ ਹੈ ਕਹਿ ਦਿੰਦੇ ਹੈਗੇ, ਠੀਕ ਹੈ, ਜਾਂ ਬਲਦ ਦੇ ਖੁਰ ਵਰਗੀ ਜੀ ਕਹਿ ਸਕਦੇ ਹੈਗੇ ਅਤੇ ਇੱਕ ਵੱਖਰੀ ਮਤਲਬ ਖੇਤਰ ਬਣ ਜਾਂਦਾ ਅਤੇ ਝੀਲ ਦੇ ਰੂਪ ਦੇ ਵਿੱਚ ਆ ਜਾਂਦੀ ਹੈਗੀ ਆ। ਇੱਥੇ ਵੀ ਦਿਖਾਇਆ ਹੋਇਆ ਕਿ ਜਿਵੇਂ ਹੁਣ ਆਹ ਖੇਤਰ ਹੈ, ਠੀਕ ਹੈ, ਇਸ ਖੇਤਰ ਦੇ ਵਿੱਚ ਨਦੀ ਜਾ ਰਹੀ ਸੀਗੀ, ਹੜ੍ਹ ਆ ਗਏ ਅਤੇ ਹੜ੍ਹਾਂ ਦੇ ਨਾਲ ਸਾਰਾ ਖੇਤਰ ਇੱਕੋ ਜਿਹਾ ਹੋ ਗਿਆ, ਪਰ ਸਮਾਂ ਪੈਂਦਾ ਗਿਆ ਹੈ ਕਿ ਇਸ ਖੇਤਰ ਦੇ ਵਿੱਚੋਂ ਜਿਹੜਾ ਪਾਣੀ ਹੈ ਮਤਲਬ ਕਿ ਉਹ ਸੁੱਕ ਗਿਆ, ਸੁੱਕਣ ਤੋਂ ਬਾਅਦ ਮਤਲਬ ਜਿਹੜੀ ਜ਼ਮੀਨ ਸੀਗੀ ਉਸਨੇ ਆਹ ਖੇਤਰ ਕਵਰ ਕਰ ਲਿੱਤਾ ਅਤੇ ਨਦੀ ਦੇ ਨਾਲੋਂ ਟੁੱਟ ਗਿਆ, ਜਿਸ ਦੇ ਕਾਰਨ ਕਰਕੇ ਇਹ ਆਕਸਬੋਕ ਲੇਕ ਦੇ ਰੂਪ ਦੇ ਵਿੱਚ ਹੋਂਦ ਦੇ ਵਿੱਚ ਆ ਗਿਆ ਓਕੇ। ਤਾਂ ਆਕਸਬੋਕ ਲੇਕ ਅਤੇ ਮੈਂਡਰ ਜਿਹੜੇ ਆ ਇਹ ਨਦੀ ਦੇ ਫਿਨੋਮੇ ਨੇ ਅਤੇ ਜਦੋਂ ਨਦੀ ਬਿਰਧ ਅਵਸਥਾ ਦੇ ਵਿੱਚ ਹੁੰਦੀ ਆ ਉਸ ਸਟੇਜ ਦੇ ਦੌਰਾਨ ਜਿਹੜਾ ਹੈ ਇਸ ਦਾ ਨਿਰਮਾਣ ਹੁੰਦਾ ਹੈ।
ठीक है जी। नैक्सट है जी नदी तल के उपर मिट्टी का निखेप करना, एग्रेशन ऑन रिवर बैड। मीनिंग है कि नदी के द्वारा लियांदी मिट्टी ਨੂੰ ਜਦੋਂ ਕਿਤੇ ਕਿਸੇ ਜਗ੍ਹਾ ਦੇ ਵਿੱਚ ਨਿਖੇਪ ਕਰ ਦਿੱਤਾ ਜਾਂਦਾ ਹੈ, ਜਮ੍ਹਾਂ ਕਰ ਦਿੱਤਾ ਜਾਂਦਾ ਹੈਗਾ ਗਾ, ਠੀਕ ਹੈ, ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਐਗਰੇਸ਼ਨ। ਐਗਰੇਸ਼ਨ ਦਾ ਮਤਲਬ ਹੈ ਭੌ ਉਸਾਰੀ, ਯਾਨੀ ਕਿ ਮਿੱਟੀ ਦਾ ਨਿਰਮਾਣ ਕਰਨਾ। ਉਹ ਸਥਾਨ ਜਿੱਥੇ ਪਹਿਲਾਂ ਟੋਆ ਪਿਆ ਹੋਇਆ ਸੀਗਾ ਜਾਂ ਖੱਡਾ ਬਣਿਆ ਹੋਇਆ ਸੀਗਾ, ਹੁਣ ਨਦੀ ਦੇ ਦੁਆਰਾ ਕੀ ਹੈਗਾ ਗਾ, ਉਸ ਖੇਤਰ ਦੇ ਵਿੱਚ ਮਿੱਟੀ ਜਮ੍ਹਾਂ ਕਰ ਕਰਕੇ ਜਿਹੜਾ ਹੈਗਾ ਗਾ ਉਸ ਖੇਤਰ ਨੂੰ ਭਰ ਦਿੱਤਾ ਹੈ, ਅਤੇ ਇਸੇ ਨੂੰ ਹੀ ਆਪਾਂ ਐਗਰੇਡੇਸ਼ਨ ਜਾਂ ਭੌ ਉਸਾਰੀ ਦਾ ਨਾਮ ਦੇ ਦਿੰਦੇ ਹੈਗੇ ਆ। ਓਕੇ, ਨੈਕਸਟ ਹੈ ਜੀ ਅੱਗੇ ਕੁਦਰਤੀ ਬਨ ਜਾਂ ਲੀਵਸ। ਆ ਲਾਸਟ ਵੀ ਆਪਣੇ ਮਾਸਟਰ ਗੇਡ ਦੇ ਵਿੱਚ ਆਇਆ ਸੀਗਾ, ਕੁਦਰਤੀ ਬਨ ਜਾਂ ਲੀਵਸ। ਲੀਵਸ ਕੀ ਹੁੰਦੇ ਹੈਗੇ ਆ ਕਿ ਇੱਕ ਕੁਦਰਤੀ ਬੰਨ ਹੁੰਦਾ ਹੈਗਾ ਗਾ। ਕੁਦਰਤੀ ਬੰਨ ਜਿਹੜਾ ਹੈ, ਹੁਣ ਇਹ ਨਹੀਂ ਹੈ ਕਿ ਇਸ ਨੂੰ ਕਿਸੇ ਮਨੁੱਖ ਨੇ ਲਗਾਇਆ ਹੈ, ਇਹ ਨਦੀ ਖੁਦ ਹੀ ਬਣਾਉਂਦੀ ਹੈਗੀ ਆ। ਇਸ ਦਾ ਜਿਹੜਾ ਨਿਰਮਾਣ ਉਹ ਨਦੀ ਦੇ ਦੁਆਰਾ ਖੁਦ ਹੀ ਜਿਹੜਾ ਹੈ ਉਹ ਕੀਤਾ ਜਾਂਦਾ ਹੈ, ਕਿਉਂਕਿ ਨਦੀ ਇਸ ਨੂੰ ਕਿਵੇਂ ਬਣਾਉਂਦੀ ਹੈ ਉਹਦੇ ਪਿੱਛੇ ਕਈ ਸਾਰੇ ਫੈਕਟਰ ਨੇਗੇ। ਨਦੀ ਆਪਣੇ ਨਾਲ ਬਹੁਤ ਸਾਰਾ ਜਿਹੜਾ ਮੈਟਰ ਹੈ ਲੈ ਕੇ ਆਉਂਦੀ ਹੈਗੀ ਆ, ਜਿਸ ਦੇ ਵਿੱਚ ਕੰਕੜ ਪੱਥਰ ਵਗੈਰਾ ਹੁੰਦੇ ਹੈਗੇ ਹੈਗੇ। ਹੁਣ ਉਹਨਾਂ ਦੇ ਵਿੱਚੋਂ ਜਿਹੜੇ ਤਾਂ ਬਰੀਕ ਹੁੰਦੇ ਹੈਗੇ ਹੈਗੇ, ਠੀਕ ਹੈ, ਜਿਹੜੇ ਤਾਂ ਬਰੀਕ ਕਣ ਹੁੰਦੇ ਹੈਗੇ ਹੈਗੇ, ਉਹਨਾਂ ਨੂੰ ਤਾਂ ਉਹ ਆਪਣੇ ਮਤਲਬ ਵਿਚਕਾਰਲੇ ਖੇਤਰ ਦੇ ਵਿੱਚ ਜਿਹੜਾ ਮਾਰਗ ਆ ਉੱਥੇ ਹੀ ਵਿਛਾ ਦਿੰਦੀ ਹੈ, ਅਤੇ ਉਹਦਾ ਕੋਈ ਖਾਸ ਪ੍ਰਭਾਵ ਨਹੀਂ ਰਹਿੰਦਾ, ਠੀਕ ਹੈ। ਜਾਂ ਤਾਂ ਥੋੜ੍ਹਾ ਬਹੁਤਾ ਤਲ ਉੱਚਾ ਹੋ ਸਕਦਾ ਹੈ, ਜਾਂ ਵੈਸੇ ਨੋਰਮਲ ਕੋਈ ਜ਼ਿਆਦਾ ਫੈਕਟਰ ਨਹੀਂ ਪੈਂਦਾ। ਪਰ ਕੁਛ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਮਿੱਟੀ ਦੇ ਕੁਛ ਮੋਟੇ ਅਤੇ ਜ਼ਿਆਦਾ ਜਮ੍ਹਾਂ ਕੀਤੇ ਕਣ ਹੁੰਦੇ ਹੈਗੇ ਆ। ਮੋਟੇ ਨਦੀ ਦੇ ਕਿਨਾਰੇ ਦੇ ਉੱਪਰ ਮੋਟੇ ਅਤੇ ਜ਼ਿਆਦਾ ਜਮ੍ਹਾਂ ਕੀਤੇ ਕਣ ਹੁੰਦੇ ਹੈਗੇ ਨੇ, ਜਿਹੜੇ ਕਿ ਕਹਿ ਸਕਦੇ ਹੈਗੇ ਨਦੀ ਦੇ ਕਿਨਾਰਿਆਂ ਦੇ ਉੱਪਰ ਜਮ੍ਹਾਂ ਹੋ ਜਾਂਦੇ ਆ। ਓਕੇ, ਨਦੀ ਦੇ ਕਿਨਾਰਿਆਂ ਦੇ ਉੱਪਰ ਜਮ੍ਹਾਂ ਹੋ ਜਾਂਦੇ ਆ, ਅਤੇ ਇਸ ਤਰ੍ਹਾਂ ਇਹ ਵਾਰੀ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਕਿਨਾਰੇ ਹੁੰਦੇ ਨੇ ਉਹ ਤਲ ਦੇ ਨਾਲੋਂ ਉੱਚੇ ਹੋ ਜਾਂਦੇ ਆ। ਜਿਹੜੇ ਕਿਨਾਰੇ ਹੁੰਦੇ ਨੇ ਉਹ ਤਲ ਦੇ ਨਾਲੋਂ ਉੱਚੇ ਹੋ ਜਾਂਦੇ ਨੇ, ਅਤੇ ਨੈਚੁਰਲ ਲੀਵਸ ਯਾਨੀ ਕਿ ਕੁਦਰਤੀ ਬੰਨ ਦੇ ਰੂਪ ਦੇ ਵਿੱਚ ਹੋਣ ਦੇ ਵਿੱਚ ਆ ਜਾਂਦੇ ਆ। ਐਗਜ਼ਾਮਪਲ ਦੇ ਤੌਰ 'ਤੇ ਤੁਸੀਂ ਇਮੇਜ ਦੇ ਥਰੂ ਦੇਖ ਸਕਦੇ ਹੋ ਕਿ ਨਦੀ ਇੱਥੋਂ ਚੱਲ ਰਹੀ ਹੈ, ਉਸਨੇ ਛੋਟੇ ਛੋਟੇ ਜਿਹੜੇ ਕਣ ਸੀ ਉਹ ਤਾਂ ਇੱਥੇ ਅਬਜ਼ਰਵ ਕਰ ਲਏ ਤੇ ਪਤਾ ਨਹੀਂ ਚੱਲਿਆ, ਠੀਕ ਆ, ਕਿਉਂਕਿ ਬਹੁਤ ਜ਼ਿਆਦਾ ਬਰੀਕ ਸੀਗੇ। ਪਰ ਜਿਹੜੇ ਮੋਟੇ ਸੀਗੇ ਉਹਨਾਂ ਨੂੰ ਉਹ ਕੀ ਕਰ ਦਿੱਤਾ, ਉਸਨੇ ਸਾਈਡਾਂ ਦੇ ਉੱਪਰ ਜਮ੍ਹਾਂ ਕਰ ਦਿੱਤਾ। ਆਹ ਚੀਜ਼ ਜਿਹੜੀ ਹੈਗੀ ਹੈ ਜੀ, ਕਣ ਨੇਗੇ ਮਿੱਟੀ ਦੇ, ਜਿਹੜੇ ਕਿ ਮੋਟੇ ਸੀਗੇ ਅਤੇ ਵੱਡੇ ਸੀਗੇ, ਉਹਨਾਂ ਨੂੰ ਸਾਈਡਾਂ 'ਤੇ ਜਮ੍ਹਾਂ ਕਰ ਦਿੱਤਾ। ਇਸ ਤਰੀਕੇ ਨਾਲ ਜਦੋਂ ਇਹ ਵਾਰੀ ਜਮ੍ਹਾਂ ਹੋਈ ਜਾਊ, ਸਾਲਾਂ 'ਤੇ ਕਈ ਪ੍ਰਕਿਰਿਆ ਚੱਲਦੀ ਰਹੂਗੀ, ਤਾਂ ਇਹ ਜਿਹੜਾ ਮਤਲਬ ਕਿ ਮਿੱਟੀ ਵਾਲੇ ਕਣ ਨੇਗੇ ਇਹ ਉੱਚੇ ਹੋ ਜਾਣਗੇ ਨਦੀ ਦੇ ਤਲ ਦੇ ਨਾਲੋਂ, ਠੀਕ ਆ। ਨਦੀ ਹੁਣ ਦੇਖੋ ਇੱਥੇ ਨੀਚੇ ਰਹਿ ਗਈ ਹੈਗੀ ਹੈ, ਅਤੇ ਇਹ ਤਲ ਉੱਚਾ ਹੋ ਗਿਆ ਹੈਗਾ ਗਾ, ਜਿਸ ਦੇ ਕਾਰਨ ਕਰਕੇ ਇਹ ਇੱਕ ਬੰਨ ਦੇ ਰੂਪ ਦੇ ਵਿੱਚ ਹੋਣ ਦੇ ਵਿੱਚ ਆ ਗਿਆ, ਜਿਹਨੂੰ ਆਪਾਂ ਲੀਵਸ ਕਹਿੰਦੇ ਹਾਂ। ਇਹ ਨਦੀ ਦੀ ਬ੍ਰਿਧ ਅਵਸਥਾ ਦੇ ਵਿੱਚ ਹੋਣ ਦੇ ਵਿੱਚ ਆਉਂਦੇ ਹੈਗੇ ਨੇਗੇ। ਓਕੇ, ਨੈਕਸਟ ਹੈ ਜੀ ਦਰਿਆਈ ਪੌੜੀਆਂ, ਰਿਵਰ ਟ੍ਰੇਸਸ, ਜਿਸ ਨੂੰ ਕਿਹਾ ਜਾਂਦਾ ਹੈਗਾ ਗਾ। ਰਿਵਰ ਟ੍ਰੇਸਸ ਕੀ ਹੁੰਦਾ ਹੈਗਾ ਗਾ ਕਿ ਇੱਕ ਇਸ ਤਰ੍ਹਾਂ ਦਾ ਮਤਲਬ ਨਿਖੇਪ ਦੀ ਪ੍ਰਕਿਰਿਆ ਹੈਗੀ ਨਦੀ ਦੇ। ਜਦੋਂ ਨਦੀ ਬ੍ਰਿਧ ਅਵਸਥਾ ਦੇ ਵਿੱਚ ਹੁੰਦੀ ਹੈ ਤਾਂ ਉਹ ਆਪਣੀ ਮਿੱਟੀ ਨੂੰ ਜਿਹੜਾ ਮਤਲਬ ਕਿ ਉਹਦੇ ਦੁਆਰਾ ਲਿਆਂਦੀ ਗਈ ਮਿੱਟੀ ਹੈ ਉਹਨੂੰ ਇੱਕ ਖੇਤਰ ਦੇ ਵਿੱਚ ਜਮ੍ਹਾਂ ਕਰ ਦਿੰਦੀ ਹੈਗੀ, ਠੀਕ ਹੈ। ਜਿਵੇਂ ਕਿ ਇੱਥੇ ਉਸ ਨੂੰ ਜਮ੍ਹਾਂ ਕਰ ਦਿੱਤਾ ਹੈ। ਫਿਰ ਕੀ ਹੁੰਦਾ ਹੈ ਕਿ ਕੁਝ ਸਾਲਾਂ ਬਾਅਦ ਜਾਂ ਕੁਝ ਸਮੇਂ ਬਾਅਦ ਫਿਰ ਉਸ ਪਾਣੀ ਦਾ ਸਤਰ ਜਿਹੜਾ ਹੈ, ਉਸ ਨਦੀ ਦਾ ਜਿਹੜਾ ਪਾਣੀ ਹੈ ਉਹ ਫਿਰ ਉੱਪਰਲੇ ਲੈਵਲ ਦੇ ਉੱਪਰ ਚਲਾ ਜਾਂਦਾ ਹੈ, ਜਾਣੀ ਕਿ ਜਿਹੜੀ ਮਿੱਟੀ ਉਹਨੇ ਪਹਿਲਾਂ ਜਮ੍ਹਾਂ ਕੀਤੀ ਸੀਗੀ, ਹੁਣ ਫਿਰ ਉਸੇ ਮਿੱਟੀ ਨੂੰ ਫਿਰ ਤੋਂ ਮਤਲਬ ਕਿ ਉਹਨੇ ਕੱਟ ਕਰਨਾ ਸ਼ੁਰੂ ਕਰ ਦੇਣਾ ਹੈ, ਮਤਲਬ ਇਰੋਜ਼ਨ ਕਰਨਾ ਸ਼ੁਰੂ ਕਰ ਦੇਣਾ। ਪਹਿਲਾਂ ਉਹਨੇ ਡੈਪੋਜੀਸ਼ਨ ਕੀਤਾ, ਮਿੱਟੀ ਨੂੰ ਜਮ੍ਹਾਂ ਕੀਤਾ, ਫਿਰ ਉਸ ਨੂੰ ਦੁਬਾਰਾ ਤੋਂ ਜਿਹੜਾ ਹੈ ਮਤਲਬ ਉਸਨੇ ਕੱਟ ਕੀਤਾ, ਕਿਉਂਕਿ ਉਸ ਦੇ ਵਿੱਚ ਹੁਣ ਘਾਟਾ ਵੱਧ ਦੇਖਣ ਨੂੰ ਮਿਲਦਾ ਹੈ। ਜਦੋਂ ਉਹਨੇ ਪਹਿਲੀ ਵਾਰ ਉਸ ਮਿੱਟੀ ਨੂੰ ਜਮ੍ਹਾਂ ਕੀਤਾ ਸੀਗਾ ਤਾਂ ਉਹ ਵੱਡੇ ਖੇਤਰ ਦੇ ਵਿੱਚ ਸੀ, ਪਰ ਜਦੋਂ ਦੂਜੀ ਵਾਰ ਜਿਹੜਾ ਪਾਣੀ ਦਾ ਚੜਾਅ ਆਉਂਦਾ ਹੈਗਾ ਤਾਂ ਉਸ ਸਥਿਤੀ ਦੇ ਵਿੱਚ ਕੀ ਹੈਗਾ ਗਾ ਕਿ ਉਹ ਚਟਾਨ ਥੋੜ੍ਹੀ ਜਿਹੀ ਉਸ ਦੇ ਨਾਲੋਂ ਖੁਰਚ ਜਾਂਦੀ ਹੈਗੀ ਹੈ, ਜਾਣੀ ਕਿ ਨੀਵੀਂ ਹੋ ਜਾਂਦੀ ਹੈਗੀ ਅੱਗੇ। ਫਿਰ ਮਤਲਬ ਅਗਲੇ ਸਾਲ ਕੁਝ ਹੋਰ ਜਾਂ ਅਗਲੇ ਸਾਲਾਂ ਬਾਅਦ ਕੁਝ ਹੋਰ ਕਿਰਿਆ ਵੇਖਣ ਨੂੰ ਮਿਲਦੀ ਹੈ, ਤਾਂ ਉਸ ਦੇ ਨਾਲ ਫਿਰ ਤੋਂ ਕੁਝ ਚਟਾਨ ਜਿਹੜੀ ਉਹਦੀ ਖੁਰਚ ਜਾਂਦੀ ਹੈਗੀ ਹੈ। ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੈਗੇ ਕਿ ਇਹ ਚਟਾਨਾਂ ਮਤਲਬ ਪਹਿਲਾਂ ਇੱਕੋ ਜਿਹੀਆਂ ਸੀ, ਫਿਰ ਪਾਣੀ ਨੇ ਬਹਾਓ ਕਰਕੇ ਹੌਲੀ ਇਹਨਾਂ ਨੂੰ ਖੁਰਚ ਕੇ ਕੁਝ ਇਸ ਤਰੀਕੇ ਦੀ ਸ਼ੇਪ ਜਿਹੜੀ ਉਹ ਕਰ ਦਿੱਤੀ, ਜਾਣੀ ਕਿ ਇਹ ਪੌੜੀ ਦੇ ਰੂਪ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਪਹਿਲਾਂ ਇੱਥੇ ਨਦੀ ਪਾਣੀ ਦੇ ਨਾਲ ਮਿੱਟੀ ਜਮ੍ਹਾਂ ਕਰਦੀ ਹੈ, ਫਿਰ ਉਸੇ ਪਾਣੀ ਦੀ ਮਦਦ ਨਾਲ ਦੁਬਾਰਾ ਕੁਝ ਸਾਲਾਂ ਬਾਅਦ ਫਿਰ ਇਰੋਜ਼ਨ ਕਰਦੀ ਹੈ। ਇਹ ਕਿਰਿਆ ਵਾਰੀ ਹੋਣ ਦੇ ਨਾਲ ਜਦੋਂ ਕਿਸੇ ਪਰਤ ਦਾ ਜਿਹੜਾ ਹੈ ਪੌੜੀਆਂ ਵਰਗੀ ਸ਼ੇਪ ਹੋ ਜਾਂਦੀ ਹੈ ਚਟਾਨਾਂ ਦੀ ਜਾਂ ਲੈਂਡ ਦੀ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਰਿਵਰ ਟ੍ਰੇਸਸ। ਇਹ ਦਰਿਆਈ ਪੌੜੀਆਂ ਜਿਹੜੀਆਂ ਨੇਗੀਆਂ, ਇਹਦਾ ਨਿਰਮਾਣ ਹੁੰਦਾ ਹੈਗਾ ਜੀ ਜਿਹੜੀ ਨਦੀ ਦੀ ਬ੍ਰਿਧ ਅਵਸਥਾ ਹੈ ਉਸ ਸਮੇਂ ਹੁੰਦਾ ਹੈ। ਨੈਕਸਟ ਹੈ ਜੀ ਸਭ ਤੋਂ ਇੰਪੋਰਟੈਂਟ ਨਦੀ ਦੇ ਦੁਆਰਾ ਬਣਾਇਆ ਜਾਣ ਵਾਲਾ ਲੈਂਡਫਾਰਮ, ਜਿਸ ਦਾ ਨਾਮ ਹੈ ਜੀ ਡੈਲਟਾ। ਡੈਲਟਾ ਜਿਹੜਾ ਹੈਗਾ ਗਾ ਜੀ ਇੱਕ ਇਸ ਤਰ੍ਹਾਂ ਦਾ ਸਟਰਕਚਰ ਹੈ ਜਿਸ ਦੇ ਵਿੱਚੋਂ PTET, CTET, ਮਾਸਟਰ ਕੇਡਰ ਅਤੇ ਬਹੁਤ ਸਾਰੇ ਐਗਜ਼ਾਮਾਂ ਦੇ ਵਿੱਚ ਆਉਂਦੇ ਹੈਗੇ ਇਸ ਦੇ ਕੁਐਸਚਨ। ਓਕੇ, ਤਾਂ ਜਦੋਂ ਕਹਿੰਦੇ ਕਿਸੇ ਨਦੀ ਦੇ ਮਾਰਗ ਦੇ ਵਿੱਚ ਕੋਈ ਸਮੁੰਦਰ, ਕੋਈ ਝੀਲ ਆ ਜਾਂਦੀ ਹੈ ਤਾਂ ਇਹਦੀ ਗਤੀ ਅਚਾਨਕ ਰੁਕ ਜਾਂਦੀ ਹੈ। ਓਕੇ, ਕਿਉਂਕਿ ਅੱਗੇ ਪਾਣੀ ਹੁੰਦਾ ਹੈ, ਜਿਸ ਦੇ ਕਾਰਨ ਕਰਕੇ ਇਹਦੇ ਪਾਣੀ ਨੂੰ ਠੱਲ ਪੈ ਜਾਂਦੀ ਹੈ ਅਤੇ ਸਪੀਡ ਸਲੋ ਹੋ ਜਾਂਦੀ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਫਿਰ ਇਹ ਆਪਣੇ ਨਾਲ ਲਿਆਂਦੀ ਹੋਈ ਸਾਰੀ ਮਿੱਟੀ ਨੂੰ
ਸਾਰੇ ਰੇਤ ਨੂੰ, ਸਾਰੇ ਰੋੜੀ ਨੂੰ ਉਸ ਜਗ੍ਹਾ ਦੇ ਉੱਪਰ ਜਮ੍ਹਾਂ ਕਰ ਦਿੰਦੀ ਹੈ, ਢੇਰੀ ਕਰ ਦਿੰਦੀ ਹੈਗੀ। ਅਤੇ ਜਦੋਂ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਉਸ ਖੇਤਰ ਦੇ ਵਿੱਚ ਉਹ ਸਾਰਾ ਖੇਤਰ ਜਮ੍ਹਾਂ ਹੋ ਕੇ ਜਿਹੜਾ ਨਿਖੇਪ ਉੱਥੇ ਜਾਂ ਡੈਪੋਜੀਸ਼ਨ ਹੁੰਦਾ ਹੈ ਉਹਨੂੰ ਨਾਮ ਦਿੱਤਾ ਜਾਂਦਾ ਹੈ ਡੈਲਟੇ ਦਾ। ਉਸ ਨੂੰ ਨਾਮ ਦਿੱਤਾ ਜਾਂਦਾ ਹੈ ਡੈਲਟੇ ਦਾ। ਓਕੇ, ਸੋ ਡੈਲਟਾ ਜਿਹੜਾ ਹੈ ਕੁਝ ਇਸ ਤਰ੍ਹਾਂ ਦਾ ਸਟਰਕਚਰ ਹੁੰਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਜਿਹੜਾ ਹੈ ਆਪਣੇ ਸੁੰਦਰਬਨ ਡੈਲਟਾ ਆ ਜਾਂਦਾ ਹੈ, ਜੋ ਕਿ ਸਾਡੇ ਭਾਰਤ ਦੇ ਵਿੱਚ ਹੀ ਸਥਿਤ ਹੈ। ਗੰਗਾ ਅਤੇ ਬ੍ਰਹਮਪੁੱਤਰ ਨਦੀ ਦੇ ਦੁਆਰਾ ਬਣਾਇਆ ਜਾਂਦਾ ਹੈ ਸੁੰਦਰਬਨ ਡੈਲਟਾ। ਠੀਕ ਹੈ, ਹੁਣ ਆਹ ਦੇਖੋ ਇੱਥੋਂ ਨਦੀ ਆ ਰਹੀ ਹੈ, ਬਿਲਕੁਲ ਕੱਲੀ ਆ ਰਹੀ ਹੈ ਨਦੀ ਇਸ ਖੇਤਰ ਦੇ ਵਿੱਚੋਂ। ਠੀਕ ਹੈ, ਫਿਰ ਅੱਗੇ ਆ ਕੇ ਇਹਦੇ ਵਿੱਚ ਬਹੁਤ ਸਾਰੇ ਮਤਲਬ ਮੈਟਰ ਹੁੰਦਾ ਹੈ ਕਿ ਮਲਬਾ ਹੁੰਦਾ ਹੈ। ਜਦੋਂ ਇਹ ਸਮੁੰਦਰ ਦੇ ਵਿੱਚ ਮਿਲਦੀ ਹੈ, ਇਹ ਸਮੁੰਦਰ ਦੇ ਵਿੱਚ ਮਿਲਣ ਤੋਂ ਬਾਅਦ ਕੀ ਕਰਦੀ ਹੈ, ਥੋੜ੍ਹਾ ਥੋੜ੍ਹਾ ਮੈਟਰ ਜਿਹੜਾ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਇਸ ਤਰੀਕੇ ਦੇ ਨਾਲ, ਅਤੇ ਉਹ ਮਿੱਟੀ ਜਮ੍ਹਾਂ ਹੋ ਜਾਂਦੀ ਹੈ। ਫਿਰ ਇਹ ਮਿੱਟੀ ਜਮ੍ਹਾਂ ਹੋਣ ਦੇ ਕਾਰਨ ਕਰਕੇ ਪਾਣੀ ਨੂੰ ਰੁਕਾਵਟ ਪੈਂਦੀ ਹੈ, ਅਤੇ ਪਾਣੀ ਦੀ ਰੁਕਾਵਟ ਕਾਰਨ ਕਰਕੇ ਨਦੀ ਕਈ ਰਸਤੇ ਬਣਾ ਲੈਂਦੀ ਹੈ, ਜਿਵੇਂ ਇੱਧਰੋਂ ਦੀ ਜਾ ਰਹੀ ਹੈ, ਇੱਧਰ ਦੀ ਵੀ ਜਾ ਰਹੀ ਹੈ, ਇੱਧਰ ਦੀ ਵੀ ਜਾ ਰਹੀ ਹੈ, ਇੱਥੋਂ ਦੀ ਜਾ ਰਹੀ ਹੈ, ਤਾਂ ਇਹ ਸਰਕਲ ਜਿਹਾ ਬਣਾ ਲੈਂਦੀ ਹੈਗੀ ਆ। ਅਤੇ ਜਦੋਂ ਇਹ ਇਸ ਸ਼ੇਪ ਦੇ ਵਿੱਚ ਆ ਜਾਂਦਾ ਹੈ ਉਹਨੂੰ ਆਪਾਂ ਦੇ ਦਿੰਦੇ ਹਾਂ ਡੈਲਟਾ ਦਾ ਨਾਮ। ਡੈਲਟਾ ਕਈ ਸ਼ਕਲਾਂ ਦੇ ਵਿੱਚ ਮਿਲਦਾ ਹੈ ਦੁਨੀਆ ਦੇ ਵਿੱਚ, ਪਰ ਸਭ ਤੋਂ ਬੈਸਟ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਡੈਲਟਾ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ, ਤਾਂ ਕੁਝ ਇਸ ਤਰ੍ਹਾਂ ਦਾ ਜਿਹੜਾ ਅਕਸ਼ਰ ਹੈ ਜਿਸ ਨੂੰ ਤ੍ਰਿਕੋਣਾ ਜਾਂ ਤ੍ਰਿਭੁਜ ਕਹਿ ਦਿੱਤਾ ਜਾਂਦਾ ਹੈ। ਠੀਕ ਹੈ, ਇਸ ਨੂੰ ਤ੍ਰਿਭੁਜ ਵੀ ਜਿਹੜਾ ਹੈ ਉਹ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਤ੍ਰਿਭੁਜ ਆਕਾਰ ਦਾ ਹੈ, ਅਤੇ ਇਹ ਗ੍ਰੀਕ ਅੱਖਰ ਹੈ ਜੀ ਉਹਦੀ ਸ਼ੇਪ ਦੇ ਨਾਲ ਮਿਲਦਾ ਹੈਗਾ। ਗ੍ਰੀਕ ਅੱਖਰ ਹੈ ਜੀ ਉਹਦੀ ਸ਼ੇਪ ਦੇ ਨਾਲ ਇਸ ਦਾ ਜਿਹੜਾ ਹੈ ਮਤਲਬ ਸਰਕਲ ਮਿਲਦਾ ਹੈਗਾ। ਜਦੋਂ ਕਿਤੇ ਕਹਿੰਦੇ ਇਹ ਮਤਲਬ ਜਿਹੜਾ ਡੈਲਟਾ ਹੈ ਕਿਸੇ ਸਮੁੰਦਰੀ ਤੱਟ ਦੇ ਨੇੜੇ ਨਿਖੇਪ ਦੇ ਨਾਲ ਪੱਧਰੀ ਧਰਤੀ ਜਾਂ ਦਲਦਲੀ ਜ਼ਮੀਨ ਦਾ ਨਿਰਮਾਣ ਕਰਦਾ ਹੈ ਤਾਂ ਉਸ ਨੂੰ ਡੈਲਟੇ ਦਾ ਮੈਦਾਨ ਕਹਿ ਦਿੰਦੇ ਹੈਗੇ ਆ। ਜਦੋਂ ਇਹ ਸਮੁੰਦਰੀ ਤੱਟ ਦੇ ਨੇੜੇ ਨਿਖੇਪ ਦੇ ਨਾਲ ਪੱਧਰੀ ਧਰਤੀ ਜਾਂ ਦਲਦਲੀ ਜ਼ਮੀਨ ਦਾ ਨਿਰਮਾਣ ਕਰਦਾ ਤਾਂ ਇਸ ਨੂੰ ਡੈਲਟੇ ਦਾ ਜਿਹੜਾ ਨਿਰਮਾਣ ਜਾਂ ਡੈਲਟਾ ਮੈਦਾਨ ਜਿਹੜਾ ਨਾਮ ਉਹ ਦੇ ਦਿੱਤਾ ਜਾਂਦਾ ਹੈ। ਓਕੇ, ਡੈਲਟਾ ਕਈ ਕਿਸਮਾਂ ਦਾ ਹੁੰਦਾ ਹੈਗਾ। ਸੋ ਪਹਿਲਾ ਡੈਲਟਾ ਹੈ ਜੀ ਚਾਪਾਕਰੀ ਡੈਲਟਾ, ਜਿਹਨੂੰ ਐਰਕੁਟੇਟ ਡੈਲਟਾ ਕਹਿੰਦੇ ਹੈਗੇ। ਸੋ ਇਹ ਡੈਲਟਾ ਜਿਹੜਾ ਹੈ ਸਮੁੰਦਰ ਤੱਟ ਦੇ ਨੇੜੇ ਉਸ ਦੇ ਨਿਖੇਪ ਦੇ ਵਿੱਚ ਕੁਝ ਚਾਪ ਵਰਗੀ ਗੁਲਾਈ ਆ ਜਾਂਦੀ ਹੈਗੀ ਅੱਗੇ, ਜਿਵੇਂ ਕੋਈ ਚਾਪ ਹੁੰਦਾ ਹੈ, ਠੀਕ ਹੈ, ਉਸ ਦੀ ਜਿਹੜੀ ਗੁਲਾਈ ਆ ਜਾਂਦੀ ਹੈ, ਅਤੇ ਇਸ ਸ਼ਕਲ ਦੀ ਜਿਹੜੀ ਹੈ ਜਾਂ ਇਸ ਦੀ ਸ਼ਕਲ ਜਿਹੜੀ ਹੈ ਉਹ ਪੱਖੇ ਵਰਗੀ ਹੋ ਜਾਂਦੀ ਹੈ। ਇਸੇ ਨੂੰ ਹੀ ਚਾਪਾਕਰੀ ਡੈਲਟਾ ਕਹਿ ਦਿੱਤਾ ਜਾਂਦਾ ਹੈ। ਇਹ ਵੀ ਨਦੀ ਦੇ ਕੰਢੇ ਦੇ ਬਣੂਗਾ। ਜੋ ਵੀ ਡੈਲਟਾ ਹੈ ਸਾਰੇ ਹਮੇਸ਼ਾ ਸਮੁੰਦਰ ਦੇ ਕੰਢੇ ਦੇ ਉੱਪਰ ਨਦੀ ਦੇ ਦੁਆਰਾ ਬਣਾਏ ਜਾਂਦੇ ਹੈਗੇ ਨੇ, ਬਟ ਸ਼ੇਪ ਦੇ ਵਿੱਚ ਫਰਕ ਪੈ ਜਾਂਦਾ, ਟਾਈਪਸ ਦੇ ਵਿੱਚ ਫਰਕ ਪੈ ਜਾਂਦਾ ਹੈ। ਪਹਿਲਾ ਚਾਪਾਕਰੀ ਹੈ ਕਿਉਂਕਿ ਇਹਦੀ ਸ਼ੇਪ ਚਾਪਾਕਰੀ ਰਹਿੰਦੀ ਹੈ, ਇਸ ਕਰਕੇ ਇਹਨੂੰ ਚਾਪਾਕਰੀ ਕਹਿ ਦਿੱਤਾ ਜਾਂਦਾ ਹੈ। ਦੂਸਰਾ ਡੈਲਟਾ ਹੈ ਜੀ ਪੰਜਾਕਾਰ। ਠੀਕ ਹੈ, ਪੰਜਾਕਾਰ ਦਾ ਮਤਲਬ ਹੈ ਕਿ ਇਹਦੀ ਸ਼ੇਪ ਪੰਜੇ ਵਰਗੀ ਹੁੰਦੀ ਹੋਊਗੀ, ਇਸ ਕਰਕੇ ਇਹਨੂੰ ਪੰਜਾ ਜਿਹੜਾ ਡੈਲਟਾ ਕਹਿ ਦਿੰਦੇ ਹੈਗੇ ਆ। ਕਹਿੰਦੇ ਜਦੋਂ ਨਦੀ ਜਿਹੜੀ ਹੈ ਜਾਂ ਜੇਕਰ ਨਦੀ ਬਹੁਤ ਸਾਰਾ ਮਹੀਨ ਮਤਲਬ ਬਰੀਕ ਮਲਬਾ ਹੋਵੇ ਉਸ ਦੇ ਕੋਲੇ, ਤਾਂ ਉਹ ਇੱਕ ਸਮੁੰਦਰ ਤੱਟ ਤੋਂ ਦੂਰ ਤੱਕ ਲੰਬੀਆਂ ਰੇਖਾਵਾਂ ਤੱਕ ਨਦੀ ਜਾਲ ਤੱਕ ਚਲਾ ਜਾਂਦਾ ਹੈਗਾ, ਨਦੀ ਜਲ ਤੱਕ ਚਲਾ ਜਾਂਦਾ ਤਾਂ ਉੱਥੇ ਜਮ੍ਹਾਂ ਹੋ ਜਾਂਦਾ। ਆਪਾਂ ਚਾਪਾਕਰੀ ਦੇ ਵਿੱਚ ਬਣਿਆ ਹੈ ਕਿ ਉਹਨੇ ਇੱਕ ਚਾਪਾਕਰੀ ਸ਼ੇਪ ਜਿਹੜੀ ਆ ਉਹ ਕ੍ਰੀਏਟ ਕਰ ਦਿੱਤੀ ਹੈ ਇੱਥੇ। ਠੀਕ ਹੈ, ਇਹ ਬਣ ਗਿਆ ਹੈ। ਪਰ ਹੁਣ ਆਪਾਂ ਪੰਜੇ ਦੇ ਵਿੱਚ ਪੜ੍ਹ ਰਹੇ ਹਾਂ, ਸ਼ੇਪ ਪੰਜੇ ਵਰਗੀ ਬਣਨੀ ਚਾਹੁੰਦੇ ਹਾਂ, ਤਾਂ ਉਸ ਨਦੀ ਦੇ ਦੌਰਾਨ ਕੀ ਹੁੰਦਾ ਹੈ ਕਿ ਨਦੀ ਜਿਹੜੀ ਹੈ ਆਪਣੇ ਨਾਲ ਮਹੀਨ ਕਣ ਲੈ ਕੇ ਆਈ ਆ ਉਹਨੂੰ ਦੂਰ ਤੱਕ ਲੈ ਜਾਂਦੀ ਹੈਗੀ ਆ। ਠੀਕ ਹੈ, ਦੂਰ ਤੱਕ ਲੈ ਜਾਂਦੀ ਹੈ, ਅਤੇ ਦੂਰ ਤੱਕ ਉਹ ਜਮ੍ਹਾਂ ਹੁੰਦੇ ਰਹਿੰਦੇ ਹੈਗੇ ਆ, ਅਤੇ ਫਿਰ ਇੱਕ ਪੰਜੇ ਦੀ ਸ਼ੇਪ ਦੇ ਵਿੱਚ ਆ ਜਾਂਦਾ ਹੈ, ਅਤੇ ਉਸ ਪੰਜੇ ਦੀ ਸ਼ੇਪ ਨੂੰ ਆਪਾਂ ਪੰਜਾਕਾਰ ਦਾ ਡੈਲਟਾ ਜਿਹੜਾ ਉਹ ਕਹਿ ਦਿੰਦੇ ਹੈਗੇ ਆਂਗੇ। ਨੈਕਸਟ ਹੈ ਜੀ ਤੀਸਰੀ ਕਿਸਮ ਅਵਰਧੀ ਜਾਂ ਦੰਦ ਆਕਾਰੀ ਡੈਲਟਾ। ਠੀਕ ਹੈ, ਕੋਸਪੇਟ ਡੈਲਟਾ ਜਿਸ ਨੂੰ ਕਿਹਾ ਜਾਂਦਾ ਹੈਗਾ। ਕੋਸਪੇਟ ਡੈਲਟਾ ਜਿਹੜਾ ਹੈ ਜਿਸ ਸਥਾਨ ਦੇ ਉੱਪਰ ਨਦੀ ਦਾ ਭਾਰ ਸਿੱਧੀ ਤੱਟ ਰੇਖਾ ਦੇ ਨਾਲ ਨਦੀ ਦੇ ਮੂੰਹ ਦੇ ਦੋਵੇਂ ਪਾਸੇ, ਠੀਕ ਹੈ, ਹੁਣ ਨਦੀ ਦਾ ਮੂੰਹ ਹੈ ਅਤੇ ਇਹਦੇ ਦੋਵੇਂ ਪਾਸੇ ਬਣਿਆ ਹੋਇਆ ਹੈ, ਇੱਧਰਲੀ ਸਾਈਡ ਦੇ ਉੱਪਰ ਵੀ ਹੈ ਅਤੇ ਇੱਧਰਲੀ ਸਾਈਡ ਦੇ ਉੱਪਰ ਵਿਚਕਾਰੋਂ ਜਿਹੜੀ ਹੈ ਨਦੀ ਚੱਕ ਰਹੀ ਹੈ। ਠੀਕ ਹੈ, ਜਾਣੀ ਕਿ ਆਪਾਂ ਜੇਕਰ ਗੱਲ ਕਰੀਏ ਵੈਸਟ ਈਸਟ ਦੇ ਵਿੱਚ ਵੀ ਹੈ ਅਤੇ ਵੈਸਟ ਦੇ ਵਿੱਚ ਵੀ, ਇੱਧਰਲੀ ਸਾਈਡ ਦੇ ਉੱਪਰ ਸਾਨੂੰ ਦੋਨੋਂ ਸਾਈਡ ਦੇ ਵਿੱਚ ਜਿਹੜਾ ਡੈਲਟਾ ਉਹ ਦਿਖ ਰਿਹਾ ਹੈ, ਜਾਂ ਮਤਲਬ ਕਿ ਜਿਹੜਾ ਮੈਟਰ ਹੈ ਉਹ ਮਲਬਾ ਹੈ ਜਿਹੜਾ ਜਮ੍ਹਾਂ ਹੋ ਚੁੱਕਿਆ ਹੈ। ਇਸੇ ਨੂੰ ਹੀ ਆਪਾਂ ਕਹਿ ਦਿੰਦੇ ਹੈਗੇ ਆਂਗੇ ਦੰਦ ਆਕਾਰੀ ਡੈਲਟਾ। ਇਸ ਨੂੰ ਹੀ ਆਪਾਂ ਦੰਦ ਆਕਾਰੀ ਡੈਲਟਾ ਕਹਿ ਦਿੰਦੇ ਹੈਗੇ ਆਂਗੇ। ਨੈਕਸਟ ਹੈ ਜੀ ਚੌਥਾ ਜਵਾਰ ਨਦਮੁਖੀ ਡੈਲਟਾ, ਐਸਟਰੀਨ ਜਿਸ ਨੂੰ ਆਪਾਂ ਕਹਿ ਦਿੰਦੇ ਹੈਗੇ ਆਂਗੇ। ਜੇਕਰ ਨਦੀ ਕਿਸੇ ਲੰਬੇ ਮੁਹਾਣੇ ਵਿੱਚ ਜਾ ਕੇ ਡਿੱਗਦੀ ਹੋਵੇ ਤਾਂ ਸਾਰਾ ਮਲਬਾ ਮੁਹਾਣੇ ਦੇ ਕਿਨਾਰਿਆਂ ਦੇ ਨਾਲ ਜਮ੍ਹਾਂ ਹੋ ਜਾਂਦਾ ਹੈ। ਠੀਕ ਹੈ, ਅਤੇ ਬਰੀਕ ਮਾਲ ਜਿਹੜਾ ਉਹ ਬਹੁਤ ਦੂਰ ਸਮੁੰਦਰੀ ਧਰਾਵਾਂ ਤੱਕ ਚਲਾ ਜਾਂਦਾ ਹੈ। ਇਸੇ ਕਿਸਮ ਨੂੰ ਆਪਾਂ ਜਵਾਰੀ ਡੈਲਟਾ ਜਿਹੜਾ ਹੈ ਉਹ ਕਹਿ ਦਿੰਦੇ ਹੈਗੇ ਆਂਗੇ। ਓਕੇ, ਦੰਦਕਾਰੀ ਦੇ ਵਿੱਚ ਕੀ ਸੀਗਾ ਕਿ ਨਦੀ ਦੇ ਦੋਨੋਂ ਪਾਸੇ ਦੇ ਵਿੱਚ ਜਿਹੜਾ ਫੈਲ ਜਾਂਦਾ ਹੈ ਅਤੇ ਗੁਲਾਈ ਦੇ ਵਿੱਚ ਇਸ ਦੀ ਸ਼ੇਪ ਰਹਿੰਦੀ ਹੈਗੀ ਆ। ਉੱਥੇ ਹੀ ਜਵਾਰ ਨਦੀ ਦੇ ਵਿੱਚ ਜਿਹੜਾ ਵੱਡਾ ਜ਼ਿਆਦਾ ਭਾਰੀ ਮਲਬਾ ਹੁੰਦਾ ਹੈ ਉਹ ਤਾਂ ਨਦੀ ਦੇ ਕਿਨਾਰਿਆਂ ਦੇ ਨਾਲ ਹੀ, ਜਾਂ ਕਹਿ ਸਕਦੇ ਹਾਂ ਉਸਦੇ ਮੁਹਾਣੇ ਦੇ ਨਾਲ ਹੀ ਰਹਿੰਦਾ ਹੈ। ਪਰ ਕੁਝ ਬਰੀਕ ਜਿਹੜਾ ਮਹੀਨ ਕਹਿ ਸਕਦੇ ਹੈਗੇ ਮਾਲ ਹੁੰਦਾ ਹੈਗਾ ਉਹ ਪਾਣੀ ਦੇ ਨਾਲ ਤੈਰ ਕੇ ਦੂਰ ਤੱਕ ਚਲਾ ਜਾਂਦਾ ਹੈ। ਜਿਵੇਂ ਕਿ ਮੋਟਾ ਮੈਟਰ ਤਾਂ ਇੱਥੇ ਨੇ ਜਮ੍ਹਾਂ ਕਰ ਲਿੱਤਾ ਨਦੀ ਨੇ, ਠੀਕ ਹੈ, ਬਟ ਜਿਹੜਾ ਮਹੀਨ ਹਲਕਾ ਹੈਗਾ ਉਹ ਦੂਰ ਤੱਕ ਚਲਾ ਗਿਆ ਹੈਗਾ। ਇਸ ਕਾਰਨ ਕਰਕੇ ਇਸ ਨੂੰ ਐਸਟਰੀਨ ਜਾਂ ਜਵਾਰ ਨਦਮੁਖੀ ਕਹਿ ਦਿੰਦੇ ਹੈਗੇ। ਓਕੇ, ਸਾਰੀਆਂ ਨਦੀਆਂ ਜਿਹੜੀਆਂ ਉਹ ਡੈਲਟੇ ਨਹੀਂ ਬਣਾਉਂਦੀਆਂ, ਕੁਝ ਕੁ ਨਦੀਆਂ ਹੀ ਬਣਾਉਂਦੀਆਂ, ਜਿਵੇਂ ਭਾਰਤ ਦੇ ਵਿੱਚ ਗੰਗਾ ਬ੍ਰਹਮਪੁੱਤਰ ਨਦੀ ਪ੍ਰਮੁੱਖ ਹੈ, ਡੈਲਟੇ ਦਾ ਨਿਰਮਾਣ ਕਰਦੀ ਹੈਗੀ। ਓਕੇ, ਨੈਕਸਟ ਹੈ ਜੀ ਸਰੋਵਰੀ ਡੈਲਟਾ।
ਜਿਸ ਨੂੰ ਕਿ ਲੈਕਸਟਰਾਈਨ ਡੈਲਟਾ ਕਹਿ ਦਿੰਦੇ ਹੈਗੇ ਆ, ਇਹ ਨਦੀ ਜਾਂ ਝੀਲ, ਠੀਕ ਹੈ, ਜਦੋਂ ਕਹਿੰਦੇ ਨਦੀ ਸਮੁੰਦਰ ਜਾਂ ਝੀਲ ਦੇ ਵਿੱਚ ਜਾ ਕੇ ਜਮ੍ਹਾਂ ਹੁੰਦੀ ਹੈ ਜਾਂ ਸਮਾ ਸਕਦੀ ਹੈਗੀ, ਉਸ ਸਥਿਤੀ ਦੇ ਵਿੱਚ ਇਸ ਡੈਲਟੇ ਦਾ ਨਿਰਮਾਣ ਹੁੰਦਾ ਹੈ। ਜਦੋਂ ਤਾਂ ਨਦੀ ਸਮੁੰਦਰ ਦੇ ਵਿੱਚ ਜਾ ਕੇ ਜਮ੍ਹਾਂ ਹੋਵੇਗੀ ਤਾਂ ਉਸ ਨੂੰ ਸਮੁੰਦਰੀ ਡੈਲਟਾ ਕਿਹਾ ਜਾਵੇਗਾ, ਅਤੇ ਜਦੋਂ ਨਦੀ ਝੀਲ ਦੇ ਵਿੱਚ ਜਾ ਕੇ ਆਪਣਾ ਨਿਖੇਪ ਕਰੇਗੀ ਜਾਂ ਮਲਬੇ ਨੂੰ ਸੁੱਟ ਦੇਵੇਗੀ ਉਸ ਨੂੰ ਸਰੋਵਰੀ ਡੈਲਟਾ ਕਹਿੰਦਾ। ਬਸ ਨਾਮ ਦੇ ਵਿੱਚ ਹੀ ਫਰਕ ਹੈ, ਬਟ ਸਕੀਮ ਜਾਂ ਮੈਥਡ ਉਹੀ ਹੈਗਾ ਕਿ ਨਿਖੇਪ ਕਰਨਾ ਇੱਕ ਜਗ੍ਹਾ ਦੇ ਉੱਪਰ। ਓਕੇ, ਹਾਂਜੀ। ਨੈਕਸਟ ਹੈ ਜੀ ਲਾਸਟ ਅੱਜ ਦਾ ਆਪਣਾ, ਕਿ ਡੈਲਟੇ ਦਾ ਨਿਰਮਾਣ ਕਰਨ ਦੇ ਲਈ ਕਿਹੜੀਆਂ ਕਿਹੜੀਆਂ ਪ੍ਰਸਥਿਤੀਆਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ, ਜਿਸ ਦੀ ਬਦੌਲਤ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਨਦੀ ਡੈਲਟਾ ਬਣਾਵੇਗੀ। ਸਭ ਤੋਂ ਪਹਿਲਾਂ ਤਾਂ ਨਦੀ ਜਿਹੜੀ ਹੈ ਉਹ ਬਹੁਤ ਲੰਬੇ ਮਾਰਗ ਤੋਂ ਚੱਲ ਕੇ ਹੀ ਹੋਵੇ, ਕਿਉਂਕਿ ਜੇਕਰ ਉਹ ਨੇੜੋਂ ਹੀ ਚੱਲੀ ਹੈ ਅਤੇ ਨੇੜੇ ਹੀ ਪਾਣੀ ਦੇ ਵਿੱਚ ਡਿੱਗ ਰਹੀ ਹੈ ਸਮੁੰਦਰ ਦੇ ਵਿੱਚ, ਤਾਂ ਉਹ ਆਪਣੇ ਨਾਲ ਮੈਟਰ ਲਿਆ ਕੇ ਜਿਹੜਾ ਹੈ ਲੈ ਕੇ ਨਹੀਂ ਆਊਗੀ, ਔਰ ਦੂਸਰਾ ਉਹਦੀ ਸਪੀਡ ਜਿਹੜੀ ਆ ਉਹ ਜ਼ਿਆਦਾ ਰਹੇਗੀ, ਠੀਕ ਹੈ। ਦੂਸਰਾ ਕਾਰਨ ਹੋਵੇਗਾ ਜੀ, ਦੂਸਰਾ ਸਥਿਤੀ ਹੋਵੇਗੀ ਕਿ ਨਦੀ ਦੇ ਮਾਰਗ ਦੇ ਵਿੱਚ ਕੋਈ ਝੀਲ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇਕਰ ਕੋਈ ਝੀਲ ਹੋਵੇਗੀ ਤਾਂ ਉਹ ਪਾਣੀ ਰੁਕ ਜਾਵੇਗਾ, ਜਿਸ ਦੇ ਕਾਰਨ ਕਰਕੇ ਫਿਰ ਉਹ ਡੈਲਟੇ ਦਾ ਨਿਰਮਾਣ ਕਰਨ ਦੇ ਵਿੱਚ ਸੰਭਵ ਨਹੀਂ ਹੋ ਪਾਵੇਗੀ। ਤੀਸਰਾ ਹੈ ਜੀ ਕਿ ਨਦੀ ਨਰਮ ਢਲਾਣਾਂ ਵਾਲੇ ਖੇਤਰਾਂ ਜਾਂ ਮੈਦਾਨਾਂ ਦੇ ਵਿੱਚੋਂ ਲੰਘ ਕੇ ਆਵੇ ਤਾਂ ਇਸ ਦੀ ਗਤੀ ਜਿਹੜੀ ਆ ਹੌਲੀ ਹੋ ਜਾਵੇਗੀ। ਜੇਕਰ ਉਹ ਤੇਜ਼ ਢਲਾਣਾਂ ਤੋਂ ਆ ਰਹੀ ਹੈ ਫਿਰ ਨਹੀਂ, ਫਿਰ ਤਾਂ ਉਹ ਮਤਲਬ ਕੋਈ ਮੈਟਰ ਲੈ ਕੇ ਨਹੀਂ ਆਵੇਗੀ ਅਤੇ ਸਿੱਧਾ ਮਤਲਬ ਸਮੁੰਦਰ ਦੇ ਵਿੱਚ ਸੁੱਟ ਦੇਵੇਗੀ। ਉਹਦੇ ਲਈ ਜ਼ਰੂਰੀ ਹੈ ਕਿ ਨਰਮ ਢਲਾਣਾ ਹੋਣੀ ਚਾਹੀਦਾ, ਪੱਧਰੇ ਖੇਤਰ ਦੇ ਵਿੱਚ ਹੋਣਾ ਚਾਹੀਦਾ, ਤਾਂ ਉਹਦੀ ਸਪੀਡ ਸਲੋ ਹੋਊਗੀ, ਫਿਰ ਹੀ ਉਹ ਮੈਟਰ ਜਿਹੜਾ ਹੈ ਉੱਥੇ ਜਮ੍ਹਾਂ ਕਰੇਗੀ। ਓਕੇ, ਚੌਥਾ ਅਤੇ ਲਾਸਟ ਹੈ ਜੀ, ਸਮੁੰਦਰ ਤੱਟ ਜਿੱਥੇ ਨਦੀ ਆ ਕੇ ਮਿਲਦੀ ਹੈ ਉੱਥੇ ਜਵਾਰ ਭਾਟਾ ਨਹੀਂ ਆਉਣਾ ਚਾਹੀਦਾ। ਜੇ ਉਸ ਖੇਤਰ ਦੇ ਵਿੱਚ ਜਵਾਰ ਭਾਟਾ ਆਉਂਦਾ ਹੈਗਾ ਤਾਂ ਜਵਾਰ ਭਾਟਾ ਜਿਹੜਾ ਹੈ ਕਿਰਿਆ ਕਰਕੇ ਜਿਹੜਾ ਹੈ ਉਸ ਮਿੱਟੀ ਨੂੰ ਜਾਂ ਉਸ ਮਲਬੇ ਨੂੰ ਖੋਰ ਦਿਆ ਕਰੇਗਾ, ਅਤੇ ਜਿਹੜਾ ਡੈਲਟਾ ਹੈ ਉਹਦਾ ਨਿਰਮਾਣ ਹੋਣਾ ਨਹੀਂ ਹੈਗਾ। ਸੋ ਇਸ ਲਈ ਜਵਾਰ ਭਾਟਾ ਵੀ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਖੇਤਰ ਦੇ ਵਿੱਚ। ਸੋ ਇਹ ਸੀਗਾ ਆਪਣਾ ਅੱਜ ਦਾ ਚੈਪਟਰ, ਜਿਸ ਦੇ ਵਿੱਚ ਆਪਾਂ ਨਦੀ ਦੇ ਦੁਆਰਾ ਬਣਾਏ ਗਏ ਲੈਂਡਫਾਰਮ ਜਿਹੜੇ ਹੈਗੇ ਨੇ ਉਹਨਾਂ ਨੂੰ ਡਿਸਕਸ ਕੀਤਾ ਹੈ। ਉਮੀਦ ਕਰਦਾ ਤੁਹਾਡੇ ਸਾਰਿਆਂ ਲਈ ਹੈਲਪਫੁਲ ਰਿਹਾ ਹੋਊਗਾ, ਔਰ ਇਹ ਆਪਣਾ ਨਦੀ ਵਾਲਾ ਜਿਹੜਾ ਕੰਪਲੀਟ ਹੋ ਗਿਆ। ਨੈਕਸਟ ਆਪਣਾ ਅਗਲਾ ਚੈਪਟਰ ਸ਼ੁਰੂ ਕਰਾਂਗੇ, ਔਰ ਇੱਕ ਕਿਤੇ ਛੋਟੇ ਜਿਹੇ ਪੁਆਇੰਟਸ ਰਹਿ ਗਏ ਨੇ, ਮੈਂ ਅਲੱਗ ਤੋਂ ਤੁਹਾਨੂੰ ਕਰਵਾ ਦੇਵਾਂਗਾ ਇਸੇ ਪਾਰਟ ਦੇ ਵਿੱਚ ਹੀ, ਪਰ ਇਸ ਤੋਂ ਇਲਾਵਾ ਇੱਕ ਨਵਾਂ ਚੈਪਟਰ ਆਪਾਂ ਜਿਹੜਾ ਹੈ ਕੱਲ੍ਹ ਸ਼ੁਰੂ ਕਰ ਲਵਾਂਗੇ, ਤੁਹਾਨੂੰ ਉਹ ਵੀ ਜਲਦੀ ਪ੍ਰੋਵਾਈਡ ਕਰ ਦੇਵਾਂਗਾ। ਥੈਂਕ ਯੂ ਸੋ ਮਚ।